ਵਾਹਿਗੁਰੂ ਜੀ। ਧੰਨ ਵਾਹਿਗੁਰੂ ਵਾਹਿਗੁਰੂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰੀ ਪਾਵੋ, ਡੁੱਬਦੇ ਪੱਥਰ ਤਾਰੇ। ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ, ਵੱਡੇ ਵੱਡੇ ਪਾਪੀ ਤਾਰ ਤੇ। ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ, ਵੱਡੇ ਵੱਡੇ ਪਿਤਾਰ ਤੇ। ਵੱਡੇ ਵੱਡੇ ਪਾਪੀ ਤਾਰ ਤੇ। ਆਵੇਗੀ ਗਰੀਬਾਂ ਵਾਲੀ ਵਾਰੀ, ਉਹ ਵੱਡੇ ਵੱਡੇ ਪਾਪੀ ਤਾਰ ਤੇ। ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ, ਵੱਡੇ ਵੱਡੇ ਪਾਪੀ ਤਾਰ ਤੇ। ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ, ਵੱਡੇ ਵੱਡੇ ਪਾਪੀ ਤਾਰ ਤੇ। ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ, ਵੱਡੇ ਵੱਡੇ ਪਾਪੀ ਤਾਰ ਤੇ। ਆਵੇਗੀ ਗਰੀਬਾਂ ਆਵੇਗੀ ਗਰੀਬਾਂ ਵਾਲੀ ਵਾਰੀ, ਉਹ ਵੱਡੇ ਵੱਡੇ ਪਾਪੀ ਤਾਰ ਤੇ। ਵੱਡੇ ਵੱਡੇ ਜੀ ਪਾਪੀ ਤਾਰ ਤੇ। ਵੱਡੇ ਪਾਪੀ ਤਾਰ ਤੇ। ਵੱਡੇ ਵੱਡੇ ਜੀਓ ਪਾਪੀ ਤਾਰ ਤੇ। ਪਾਪੀ ਤਾਰ ਤੇ। ਉਹ ਵੱਡੇ ਵੱਡੇ ਜੀ ਪਾਪੀ ਤਾਰ ਤੇ। ਉਹ ਵੱਡੇ ਵੱਡੇ ਜੀ ਪਾਪੀ ਤਾਰ
एता समुंद सागर नीर भरिया तेते अवगण हमारे दया करो किछ मेहरे पावो पावो डुबदे पत्थर तारे डुबदे पत्थरां नूं तारन वालिया साडी वारी कदों आऊगी डुबदे पत्थरां नूं तारन वालिया साडी वारी कदों आऊगी साडी वारी कदों डुबदे पत्थरां नूं तारन वालिया साडी वारी कदों आऊगी डुबदे पत्थरां नूं तारन वालिया साडी वारी कदों आऊगी वाहेगुरु धन वाहेगुरु वाहेगुरु धन वाहेगुरु वाहेगुरु धन वाहेगुरु वाहेगुरु धन वाहेगुरु बेनती है सारी संगत दे चरणां कोई रसना वांझी ना रहे सारे बुलंद आवाज विच गज के आखो जी सतनाम वाहिगुरु दा सिमरन करो नाल नाल रसना पवित्र करो कोई रसना वांझी ना रहे वाहेगुरु धन वाहेगुरु 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 संगत बोल वाहेगुरु 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 ऐसी कृपा कर दो मेरे मनों न बिसरे वाहेगुरु मनों न बिसरे वाहेगुरु ऐसी कृपा कर दो मनों न बिसरे वाहेगुरु मनों न बिसरे वाहेगुरु ऐसी कृपा कर दे मन न बिसरे वाहेगुरु मेरे मन न बिसरे वाहेगुरु
ਵਿਸਰੇ ਮੇਰੇ ਮਨੋਂ ਨਾ ਵਿਸਰੇ ਵਾਹਿਗੁਰੂ ਐਸੀ ਕਿਰਪਾ ਕਰ ਦੋ ਮੇਰੇ ਮਨੋਂ ਨਾ ਵਿਸਰੇ ਵਾਹਿਗੁਰੂ ਐਸੀ ਕਿਰਪਾ ਕਰ ਦੇ ਮਨ ਨਾ ਸਾਰੀ ਸੰਗਤ ਬੋਲਿਆ ਕਰੋ ਐਸੀ ਕਿਰਪਾ ਮੇਰੇ ਮਨੋਂ ਨਾ ਵਿਸਰੇ ਵਾਹਿਗੁਰੂ ਮਿਹਰਾਂ ਦੇ ਅਸਾਈਆਂ ਮੇਰ ਕਰੀ 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 ਮੇਹਰਾਂ ਦੇ ਅਸਾਈਆਂ ਮੇਰ ਕਰੀ ਮੇਹਰਾਂ ਦੇ ਅਸਾਈਆਂ ਅਸੀਂ ਤੇਰੀ ਮਿਹਰ ਨਾਲ ਤਰਨਾ ਤੇਰੀ ਮਿਹਰ ਨਾਲ ਤਰਨਾ ਮਿਹਰਾਂ ਦੇ ਅਸਾਈਆਂ ਮਿਹਰਾਂ ਦੇ ਅਸਾਈਆਂ ਅਸੀਂ ਤੇਰੀ ਮਿਹਰ ਨਾਲ ਤਰਨਾ ਮਿਹਰਾਂ ਦੇ ਅਸਾਈਆਂ ਕਰੀ ਮਿਹਰਾਂ ਦੇ ਅਸਾਈਆਂ ਅਸੀਂ ਤੇਰੀ ਮਿਹਰ ਨਾਲ ਤਰਨਾ ਮੇਰਾਂ ਦੇ ਅਸਾਈਆਂ ਮੇਰ ਕਰੀ ਮੇਹਰਾਂ ਦੇ ਅਸਾਈਆਂ ਮੇਰ ਕਰੀ ਮੇਹਰਾਂ ਦੇ ਅਸਾਈਆਂ ਮੇਹਰਾਂ ਦੇ ਅਸਾਈਆਂ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ ਗੁਰੂ ਮੇਰਾ ਭਲਾ ਕਰੇ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ ਮੈਂ ਮੂਰਖ ਨਾ ਜਾਣਾ ਮੈਂ ਮੂਰਖ ਨਾ ਜਾਣਾ ਮੈਂ ਮੂਰਖ ਨਾ ਜਾਣਾ ਮੈਂ ਮੂਰਖ ਨਾ ਜਾਣਾ ਹੋ ਮੈਂ ਮੂਰਖ ਨਾ ਜਾਣਾ ਮੈਂ ਮੂਰਖ ਨਾ ਜਾਣਾ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ ਗੁਰੂ ਮੇਰਾ ਭਲਾ ਕਰੇ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ ਗੁਰੂ ਮੇਰਾ ਭਲਾ ਵੀ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ ਗੁਰੂ ਮੇਰਾ ਭਲਾ ਕਰੇ ਮਾਰਗ ਸੰਸਾਂ ਦਾ 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 ਮਾਰਗ ਸੰਤਾਂ ਦਾ ਮਾਰਗ ਸੰਤਾਂ ਦਾ ਮਾਰਗ ਸੰਸਾਂ ਦਾ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਮਾਰਗ ਸੰਸਾਂ ਦਾ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਮਾਰਗ ਸੰਸਾਂ ਦਾ ਕਦੇ ਨਾ ਛੱਡੀਏ ਕਦੇ ਨਾ ਮਾਰਗ ਸੰਤਾਂ ਦਾ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਮਾਰਗ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਸਾਗਰ ਤਰਿਆ ਜੀ ਸਾਗਰ ਤਰਿਆ ਜੀ ਓ ਸਾਗਰ ਤਰਿਆ ਜੀ ਓ ਸਾਗਰ ਤਰਿਆ ਸਾਗਰ ਤਰਿਆ ਜੀ ਓ ਸਾਗਰ ਤਰਿਆ ਜੀ ਸਾਗਰ ਤਰਿਆ ਜੀ ਸਾਧੂ ਸੰਗੇ ਸਾਧੂ ਸੰਗੇ ਸਾਗਰ ਤਰਿਆ ਜੀ ਸਾਧੂ ਸੰਗੇ ਸਾਧੂ ਸੰਗੇ ਸਾਧੂ ਸੰਗੇ ਸਾਧੂ ਸੰਗੇ ਸਾਗਰ ਤਰਿਆ ਜੀ ਸਾਧੂ ਸੰਗੇ ਸਾਧੂ ਸੰਗੇ
ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਰਸਨਾ ਦੀ ਪਵਿੱਤਰਤਾ ਵਾਸਤੇ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਰੇ ਗੱਜ ਵੱਜ ਕੇ ਫਤਿਹ ਦੁਹਰਾਓ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਮਨ ਬਿਰਤੀਆਂ ਇਕਾਗਰ ਕਰਕੇ, ਮਨ ਹਾਜ਼ਰ ਕਰਕੇ ਆਪੋ ਆਪਣੀ ਭਾਵਨਾ, ਆਪੋ ਆਪਣੀ ਸ਼ਰਧਾ, ਭਰੋਸਾ ਲੈ ਕੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਪਹੁੰਚਣ ਦਾ ਯਤਨ ਕੀਤਾ ਹੈ। ਸੰਗਤ ਦੇ ਚਰਨਾਂ 'ਚ ਬੇਨਤੀ ਇਹ ਵੀ ਟਿਕਾ ਬਖਸ਼ੋ, ਇਕਾਗਰਤਾ ਬਣਾ ਕੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਬਹਿਣ ਦਾ ਯਤਨ ਕਰੀਏ। ਜਦੋਂ ਤੁਸੀਂ ਮੋਬਾਈਲ ਉੱਤੇ ਨੂੰ ਕਰਕੇ ਵੀਡੀਓ ਬਣਾਉਂਦੇ ਹੋ, ਐਂ ਲੱਗਦਾ ਜਿਵੇਂ ਪੰਜਾਬ ਦਾ ਸਾਰਾ ਮੀਡੀਆ ਇੱਥੇ ਆ ਗਿਆ। ਸੋ ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਵੀ ਵੀਡੀਓ ਨਾ ਬਣਾਓ। ਹਰ ਇੱਕ ਬੰਦੇ ਦੀ ਭਾਵਨਾ, ਹਰ ਇੱਕ ਬੰਦੇ ਦਾ ਇਹ ਮਨ ਵਿੱਚ ਇੱਕ ਬਲਬਲਾ ਹੁੰਦਾ ਵੀ ਆਉਣਗੇ ਤੇ ਵੀਡੀਓ ਬਣਾਵਾਂਗੇ, ਧਾਰਨਾ ਰਿਕਾਰਡ ਕਰਾਂਗੇ, ਬਾਅਦ ਚ ਸੁਣ ਲਾਂਗੇ। ਜਦੋਂ ਧਾਰਨਾ ਚੱਲਦੀ ਉਦੋਂ ਰਿਕਾਰਡ ਕਰ ਲਿਆ ਕਰੋ, ਉਦਾਂ ਫੋਨ ਥੱਲੇ ਰੱਖ ਲਿਆ, ਕਿਉਂਕਿ ਲਾਈਵ ਚੱਲਦਾ 2-3 ਚੈਨਲਾਂ ਤੇ ਸਾਰਾ ਹੀ ਦੀਵਾਨ ਲਾਈਵ ਪੈਣਾ ਹੁੰਦਾ। ਇਸ ਕਰਕੇ ਲਾਹਾ ਲਈਏ, ਲਾਹਾ ਲੈਣ ਦਾ ਵੇਲਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਹਾਂਪੁਰਸ਼ਾਂ ਦੇ ਪਿਆਰ ਵਿੱਚ, ਮਹਾਂਪੁਰਸ਼ਾਂ ਦੀ ਯਾਦ ਸਾਰੇ ਇਕੱਤਰ ਹੋਣ ਵਾਸਤੇ ਆਏ ਆ। ਤੇ ਜਿੰਨਾ ਸਮਾਂ ਸਾਡੇ ਕੋਲ ਬਚਦਾ ਹੈ, ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਅੱਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਥੇ ਉਹ ਆਏਗਾ ਜਿਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਖੁਦ ਬੁਲਾ ਕੇ ਦੇਣਗੇ। ਇੱਥੇ ਉਹ ਸੇਵਾ ਕਰੇਗਾ, ਉਹ ਸਿਮਰਨ ਕਰੇਗਾ, ਉਹ ਸਤ ਸੰਗਤ ਕਰੇਗਾ ਜਿਹਨੂੰ ਮਹਾਰਾਜ ਸਾਹਿਬ ਜਿਹਦੇ ਕਰਮਾਂ 'ਚ ਸੰਗਤ ਲਿਖਦੇ ਨੇ। ਧਿਆਨ ਦਿਓ, ਇੱਥੇ ਉਹ ਆਏਗਾ ਜਿਹਨੂੰ ਸਤਿਗੁਰੂ ਬੁਲਾਉਂਦੇ ਨੇ, ਮਹਾਰਾਜ ਬੁਲਾਉਂਦੇ ਨੇ। ਤੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਬਹਿ ਕੇ ਇੱਥੇ ਆ ਕੇ ਆਪਣੀ ਰਸਨਾ ਵੀ ਪਵਿੱਤਰ ਕਰੋ। ਹੱਟ ਖੁੱਲ ਗਈ ਬਾਬੇ ਨਾਨਕ ਦੀ, 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 ਹੱਟ ਖੁੱਲ ਗਈ ਬਾਬੇ ਹੱਟ ਖੁੱਲ ਗਈ ਬਾਬੇ ਨਾਨਕ ਦੀ, 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 ਹੱਟ ਖੁੱਲ ਗਈ ਬਾਬੇ ਨਾਨਕ ਦੀ। ਸੌਦਾ ਲੈਣ ਨਸੀਬਾਂ ਵਾਲੇ, ਲੈਣ ਨਸੀਬਾਂ ਵਾਲੇ, ਹੱਟ ਖੁੱਲ ਗਈ ਬਾਬੇ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਨਸੀਬਾਂ ਵਾਲੇ, ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ। ਸੌਦਾ ਲੈਣ ਨਸੀਬਾਂ ਵਾਲੇ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ। ਲੈਣ ਨਸੀਬਾਂ ਹੱਟ ਖੁੱਲ ਗਈ, ਹੱਟ ਖੁੱਲ ਗਈ ਬਾਬੇ ਨਾਨਕ ਦੀ। ਬਾਬੇ ਨਾਨਕ ਦੇ ਘਰ ਦੀ ਹੱਟ ਖੁੱਲੀ ਏ। ਇੱਥੇ ਜਿਹੜਾ ਨਾਮ ਬੀਜੇਗਾ ਉਹਨੂੰ ਨਾਮ ਹੀ ਵੱਢਣ ਨੂੰ ਮਿਲੇਗਾ।
ਚੰਗੇ ਕਰਮ ਕਰਨ ਵਾਸਤੇ, ਚੰਗੇ ਕਰਮ ਬੀਜਣ ਵਾਸਤੇ ਮਹਾਰਾਜ ਸਾਹਿਬ ਦੀ ਹਜ਼ੂਰੀ ਚ ਆਉਂਦੇ ਹਾਂ ਤੇ ਯਤਨ ਕਰਨਾ ਚਾਹੀਦਾ ਹੈ ਮਹਾਰਾਜ ਸਾਹਿਬ ਦੇ ਚਰਨਾਂ ਚ ਮਨ ਬਿਰਤੀਆਂ ਇਕਾਗਰ ਕਰਕੇ ਬਹਿਣ ਦਾ। ਆਪਣੀ ਜ਼ਿੰਦਗੀ ਵਿੱਚ ਅਸੀਂ ਬਹੁਤ ਕਥਾ ਸੁਣਦੇ ਹਾਂ, ਬੜਾ ਕੀਰਤਨ ਸੁਣਦੇ ਹਾਂ, ਬਹੁਤ ਸਤ ਸੰਗਤ ਵਿੱਚ ਜਾਂਦੇ ਹਾਂ, ਪਰ ਸੰਗਤ ਵਿੱਚ ਆਉਣਾ, ਸੰਗਤ ਵਿੱਚ ਬਹਿਣਾ, ਕੀਰਤਨ ਸੁਣਨਾ, ਕਥਾ ਸੁਣਨੀ ਸਾਡਾ ਉਦੋਂ ਪ੍ਰਵਾਨ ਹੋਏਗਾ ਜਦੋਂ ਅਸੀਂ ਮਹਾਰਾਜ ਸਾਹਿਬ ਦੇ ਚਰਨਾਂ 'ਚ ਬਹਿ ਕੇ ਜੋ ਸੁਣਿਆ ਉਹਨੂੰ ਕਮਾਉਣ ਦਾ ਯਤਨ ਕਰਾਂਗੇ। ਜੋ ਸੁਣ ਲਿਆ ਉਹਨੂੰ ਕਮਾਉਣ ਦਾ ਯਤਨ ਕਰੀਏ। ਜੇ ਸਾਧ ਸੰਗਤ ਜੀ ਕੱਲਾ ਸੁਣੀ ਗਏ, ਕਮਾਇਆ ਨਾ, ਗੱਲ ਮੰਨੀ ਨਾ ਮਹਾਰਾਜ ਦੀ, ਤੇ ਫਿਰ ਨਾ ਕਥਾ ਸੁਣਨ ਦਾ ਫਾਇਦਾ, ਨਾ ਕੀਰਤਨ ਸੁਣਨ ਦਾ ਫਾਇਦਾ। ਸੁਣਦਿਆਂ ਦੀ ਤੇ ਉਮਰ ਲੰਘ ਗਈ, ਜ਼ਿੰਦਗੀ ਲੰਘ ਗਈ। ਤੇ ਸਤਿਗੁਰੂ ਮਿਹਰ ਕਰਨ, ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਇੱਕ ਵਾਰੀ ਆ ਜਾਂਦਾ ਹੈ ਤੇ ਮਹਾਰਾਜ ਐਸੀ ਮਿਹਰ ਕਰਦੇ ਨੇ ਸਾਧ ਸੰਗਤ ਜੀ, ਜਦੋਂ ਮਹਾਰਾਜ ਦੇ ਚਰਨਾਂ ਵਿੱਚ ਆਈਦਾ ਹੈ, ਇੱਥੇ ਤਕਦੀਰ ਵਿੱਚ ਮਹਾਰਾਜ ਬੰਦਗੀ ਲਿਖਦੇ ਹਨ, ਇੱਥੇ ਸਾਡੇ ਕਰਮਾਂ 'ਚ ਮਹਾਰਾਜ ਸਿਮਰਨ ਲਿਖਦੇ ਨੇ। ਤੇ ਕੱਲਾ ਸਿਮਰਨ ਨਹੀਂ ਸਾਧ ਸੰਗਤ ਜੀ, ਬੰਦਗੀ। ਹੋ ਗੁਰੂ ਮੇਰਾ ਲੇਖ ਲਿਖਦਾ, ਗੁਰੂ ਮੇਰਾ ਲੇਖ ਲਿਖਦਾ, ਗੁਰੂ ਮੇਰਾ ਲੇਖ ਲਿਖਦਾ, ਗੁਰੂ ਮੇਰਾ ਲੇਖ ਲਿਖਦਾ, ਹੋ ਗੁਰੂ ਮੇਰਾ ਲੇਖ ਲਿਖਦਾ, ਓ ਗੁਰੂ ਮੇਰਾ ਲੇਖ ਲਿਖਦਾ, ਹੋ ਗੁਰੂ ਮੇਰਾ ਲੇਖ ਲਿਖਦਾ, ਗੁਰੂ ਮੇਰਾ ਲੇਖ ਲਿਖਦਾ, ਗੁਰੂ ਮੇਰਾ ਲੇਖ ਲਿਖਦਾ, ਗੁਰੂ ਮੇਰਾ ਲੇਖ ਲਿਖਦਾ, ਓ ਗੁਰੂ ਮੇਰਾ ਲੇਖ ਲਿਖਦਾ, ਓ ਗੁਰੂ ਮੇਰਾ ਲੇਖ ਲਿਖਦਾ, ਹੋ ਗੁਰੂ ਮੇਰਾ ਲੇਖ ਲਿਖਦਾ, ਹੱਥ ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ, ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ, ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ, ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ, ਹੱਥ ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ, ਤੇ ਕਲਮ ਮਿਹਰ ਦੀ ਫੜ ਕੇ। ਉਹ ਸਾਗਰਾਂ ਤੋਂ ਪਾਰ ਹੋ ਗਏ, ਉਹ ਸਾਗਰਾਂ ਤੋਂ ਪਾਰ ਹੋ ਗਏ, ਜਿਨ੍ਹਾਂ ਲੇਖ ਲਖਾ ਲੈ ਖੜ ਕੇ, ਸਾਗਰਾਂ ਤੋਂ ਪਾਰ ਹੋ ਗਏ, ਲੇਖ ਲਖਾ ਲੈ ਖੜ ਕੇ, ਸਾਗਰਾਂ ਤੋਂ ਪਾਰ ਹੋ ਗਏ, ਲੇਖ ਲਖਾ ਲੈ ਖੜ ਕੇ, ਸਾਗਰਾਂ ਤੋਂ ਪਾਰ ਹੋ ਗਏ, ਲੇਖ ਲਖਾ ਲੈ ਖੜ ਕੇ, ਉਹ ਸਾਗਰਾਂ ਤੋਂ ਪਾਰ ਹੋ ਗਏ, ਲੇਖ ਲਖਾ ਲੈ ਖੜ ਕੇ, ਸਾਗਰਾਂ ਤੋਂ ਪਾਰ ਹੋ ਗਏ, ਲੇਖ ਲਖਾ ਲੈ ਖੜ ਕੇ। ਗੁਰੂ ਮੇਰਾ ਲੇਖ ਲਿਖਦਾ, ਹੋ ਗੁਰੂ ਮੇਰਾ ਲੇਖ ਲਿਖਦਾ, ਹੱਥ ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ, ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ, ਹੱਥ ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ, ਹੱਥ ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ, ਹੱਥ ਕਲਮ ਮਿਹਰ ਦੀ ਫੜ ਕੇ, ਮੇਰਾ ਲੇਖ ਲਿਖਦਾ, ਹੱਥ ਕਲਮ ਮਿਹਰ ਫੜ ਕੇ। ਜਿਨੇ ਮਹਾਰਾਜ ਦੇ ਚਰਨਾਂ ਵਿੱਚ ਆਉਣਾ ਹੈ, ਮਹਾਰਾਜ ਦੇ ਚਰਨਾਂ ਵਿੱਚ ਬਹਿਣਾ ਤੇ ਸਤਿਗੁਰੂ ਨੇ ਮਸਤਕ ਦੇ ਲੇਖ ਸਿੱਧੇ ਕਰਨੇ ਨੇ। ਇਹ ਤਕਦੀਰ ਜਗਾਉਣ ਵਾਸਤੇ ਆਈਦਾ ਹੈ। ਕਥਾ ਸੁਣਨੀ, ਕੀਰਤਨ ਸੁਣਨਾ ਸਾਡੇ ਕਰਮਾਂ 'ਚ, ਸਾਡੇ ਮਸਤਕ ਵਿੱਚ, ਸਾਡੀ ਗੁਰਦੁਆਰੇ ਮੱਥਾ ਟੇਕਣ ਆਈਦਾ ਵੀ ਉੱਥੇ ਲੰਗਰ ਮਿਲੇਗਾ, ਪ੍ਰਸ਼ਾਦਾ ਮਿਲੇਗਾ, ਕਥਾ ਕੀਰਤਨ ਸੁਣਨ ਨੂੰ ਇਹ ਇਹਨਾਂ ਗੱਲਾਂ ਕਰਕੇ ਨਹੀਂ ਗੁਰਦੁਆਰਾ। ਗੁਰੂ ਦਾ ਦਰਬਾਰ, ਗੁਰੂ ਦੀ ਮੱਤ ਵਾਸਤੇ ਸਾਡੇ ਕੋਲ ਮਹਾਰਾਜ ਦੀ ਮੱਤ ਆ ਜਾਏ, ਸਾਡੇ ਕੋਲ ਮਹਾਰਾਜ ਦਾ ਸਿਧਾਂਤ ਆ ਜਾਏ, ਜੋ ਮਹਾਰਾਜ ਰਾਹ ਬਣਾ ਕੇ ਗਏ ਨੇ, ਅਸੀਂ ਉਸ ਰਾਹ ਤੇ ਤੁਰਨ ਦੇ, ਉਸ ਰਾਹ ਤੇ ਤੁਰਨ ਦੇ ਵੱਲ ਹੋ ਜਾਈਏ।
ਤੁਰ ਸਕੀਏ ਤੇ ਸੰਗਤ ਵਿੱਚ ਆ ਕੇ ਜਿੱਦਾਂ ਜਿੱਦਾਂ ਸੰਗਤ ਵਿੱਚ ਆਵਾਂਗੇ ਸਾਧ ਸੰਗਤ ਜੀ ਸਾਡੀ ਤਕਦੀਰ ਬਦਲਦੀ, ਸਾਡੀ ਸੋਚ ਬਦਲਦੀ। ਪਰ ਗੁਰਮਖੋ ਜੇ ਕੋਈ ਬਦਲਣਾ ਚਾਹੇ ਤਾਂ ਅੱਜ ਦੇ ਸਮੇਂ ਵਿੱਚ ਲੰਮਾ ਸਮਾਂ ਸਾਨੂੰ ਗੁਰਦੁਆਰੇ ਆਉਂਦਿਆਂ ਨੂੰ ਹੋ ਗਿਆ, ਸੰਗਤ ਕਰਦਿਆਂ ਨੂੰ ਹੋ ਗਿਆ, ਪਰ ਅਜੇ ਤੱਕ ਸਾਧ ਸੰਗਤ ਜੀ ਨਾ ਕਿਸੇ ਦਾ ਸਿਮਰਨ, ਨਾ ਭਜਨ, ਨਾ ਬੰਦਗੀ, ਨਾ ਮਨ ਦਾ ਟਿਕਾ, ਨਾ ਇਕਾਗਰਤਾ, ਕੁਛ ਵੀ ਨਹੀਂ। ਤੇ ਜੇ ਇੰਨਾ ਸਮਾਂ ਲਾ ਕੇ, ਜੇ ਇੰਨਾ ਸਮਾਂ ਲਾ ਕੇ ਗੁਰਦੁਆਰੇ ਆ ਕੇ ਅਜੇ ਮਨ ਵੀ ਨਹੀਂ ਟਿਕਿਆ, ਮਨ ਦੀ ਇਕਾਗਰਤਾ ਨਹੀਂ ਹੋਈ, ਤੇ ਫਿਰ ਕਰਦੇ ਕੀ ਰਹੇ ਹੋ? ਅਜੇ ਦਿਲ ਅਜੇ ਵੀ ਵਿਕਾਰ ਭੋਗਦਾ ਹੈ, ਮਨ ਅਜੇ ਵੀ ਵਿਕਾਰਾਂ ਵੱਲ ਭੱਜਦਾ ਹੈ, ਤੇ ਫਿਰ ਤੇਰਾ ਸੰਗਤ ਚ ਆਇਆ ਪ੍ਰਵਾਨ ਨਹੀਂ। ਇੱਥੇ ਆਇਆ ਤਾਂ ਪ੍ਰਵਾਨ ਹੈ ਜੇ ਮਹਾਰਾਜ ਦੀ ਗੱਲ ਮੰਨਾਂਗੇ। ਗੁਰ ਕੀ ਮਤ ਤੂੰ ਲੇਹ ਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਰੱਬ ਦੇ ਘਰ ਨਾਲ ਜਿਨ੍ਹਾਂ ਨੇ ਪ੍ਰੀਤ ਪਾਈ, ਪਰਮਾਤਮਾ ਦੇ ਚਰਨਾਂ ਨਾਲ ਜਿਨ੍ਹਾਂ ਨੇ ਪਿਆਰ ਪਾਇਆ, ਮਹਾਰਾਜ ਨੇ ਉਹਨਾਂ ਦੀ ਜ਼ਿੰਦਗੀ ਸਵਰਗ ਬਣਾ ਕੇ ਰੱਖਤੀ, ਉਹਨਾਂ ਦਾ ਜੀਵਨ ਨਿਹਾਲ ਬਣਾ ਕੇ ਰੱਖਤਾ। ਜਿਨ੍ਹਾਂ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਆ, ਇੱਕ ਗੱਲ ਚੇਤੇ ਰੱਖਿਓ, ਉਹਨਾਂ ਨੇ ਆਪਾ ਖਤਮ ਕਰਕੇ ਆਪਣੇ ਮਾਲਕ ਨੂੰ ਜਣਾਇਆ। ਆਪਾ ਭਾਵ ਆਪਣੀ ਮੈਂ, ਆਪਣਾ ਹੰਕਾਰ, ਆਪਣੀ ਈਰਖਾ, ਮੈਂ ਮੇਰੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਆਪਣੇ ਮਾਲਕ ਨੂੰ ਰਝਾਇਆ, ਮਾਲਕ ਦੇ ਚਰਨਾਂ 'ਚ ਸੁਰਤ ਜੋੜੀ। ਸਾਧ ਸੰਗਤ ਜੀ ਅੱਜ ਦੁਨੀਆ 'ਚ ਨਾਮ ਬੋਲਦਾ ਹੈ। ਇਸੇ ਤਰ੍ਹਾਂ ਅਸੀਂ ਲੋਕ ਆ, ਅਸੀਂ ਚਾਹੁੰਦੇ ਵੀ ਮੈਂ ਸਾਰਾ ਕੁਝ ਕਰਦਾ। ਰੱਬ ਦੇ ਪਿਆਰੇ ਆਪਣੇ 'ਚੋਂ ਵੀ ਆਪਣੇ ਮਾਲਕ ਨੂੰ ਵੇਖਦੇ ਨੇ, ਤੇ ਸਾਨੂੰ ਆਪਣੇ ਆਪ 'ਚੋਂ ਵੀ ਸਾਡਾ ਹੰਕਾਰ ਦਿਸੀ ਜਾਂਦਾ, ਸਾਡਾ ਮਾਣ ਦਿਸੀ ਜਾਂਦਾ। ਅਸੀਂ ਗੁਰਦੁਆਰੇ ਵੀ ਆਵਾਂਗੇ, ਸੰਗਤ ਵੀ ਕਰਾਂਗੇ, ਪਰ ਫੇਰ ਹੰਕਾਰ ਦਿਸਦਾ, ਮਾਣ। ਪਰ ਇੱਥੇ ਗੁਰੂ ਨਾਨਕ ਦੇ ਘਰ ਵਿੱਚ ਸਾਧ ਸੰਗਤ ਜੀ ਨਿਮਰਤਾ ਨਾਲ, ਪਿਆਰ ਨਾਲ ਇੱਥੇ ਕਰਮ ਸਿੱਧੇ ਕਰਾਉਣ ਆਈਦਾ, ਇੱਥੇ ਲੇਖ ਜਗਾਉਣ ਆਈਦਾ ਹੈ। ਤੇ ਸਤਿਗੁਰੂ ਮਿਹਰ ਕਰਦੇ ਨੇ, ਜਿੰਨੇ ਤੁਸੀਂ ਮੇਰੇ ਸਮੇਤ ਆਏ ਹੋ, ਆਪਾਂ ਹਰ ਸਾਲ ਤੁਸੀਂ ਇੱਥੇ ਇਹ ਮਹਾਂਪੁਰਸ਼ਾਂ ਦਾ ਸਮਾਗਮ ਕਰਾਉਂਦੇ ਹੋਵੋਗੇ, ਪਰ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਪਿਛਲੇ ਸਾਲ ਨਾਲੋਂ ਇਸ ਸਾਲ, ਉਦੋਂ ਪਿਛਲੇ ਸਾਲ ਨਾਲੋਂ ਅਗਲੇ ਸਾਲ, ਜਾਂ ਇਦੋਂ ਬਾਅਦ ਤੁਹਾਡੀ ਜ਼ਿੰਦਗੀ 'ਚ ਕੀ ਚੇਂਜ ਆਇਆ, ਆਪਣੇ ਜੀਵਨ ਦਾ ਸਾਡਾ ਕੀ ਸੁਧਾਰ ਹੋਇਆ। ਜੇ ਅਜੇ ਆਨੰਦ ਵਿੱਚ ਨਹੀਂ, ਅਜੇ ਰਸ ਵਿੱਚ ਨਹੀਂ, ਜੇ ਅਜੇ ਤੇਰਾ ਮਨ ਵੀ ਸਿਮਰਨ ਕਰਨ ਨੂੰ ਨਹੀਂ ਜਾਂਦਾ, ਮਨ ਨਹੀਂ ਟਿਕਦਾ, ਫਿਰ ਤੂੰ ਇੱਕ ਗੱਲ ਚੇਤੇ ਰੱਖੀ, ਐਵੇਂ ਪਖੰਡ ਕਰਨ ਜਾਂਦਾ ਗੁਰਦੁਆਰੇ। ਕਿਉਂਕਿ ਜਿਹੜੇ ਮਹਾਂਪੁਰਸ਼ ਦੀ ਯਾਦ ਵਿੱਚ ਬੈਠੇ, ਉਹਨਾਂ ਨੇ ਤਾਂ ਪਲ ਪਲ ਸਿਮਰਨ ਕੀਤਾ, ਉਹਨਾਂ ਦਾ ਤਾਂ ਆ ਭੋਰਾ, ਮੈਂ ਮੱਥਾ ਟੇਕਿਆ ਤੁਹਾਡਾ ਭੋਰਾ ਬੋਲਦਾ ਵੀ ਕਿਸੇ ਸਾਧੂ ਨੇ ਬੰਦਗੀ ਕੀਤੀ, ਸਿਮਰਨ ਕੀਤਾ, ਭਜਨ ਕੀਤਾ। ਤੇ ਅਸੀਂ ਕਿੱਥੇ ਖੜੇ ਆ? ਵੇਖੋ, ਅਸੀਂ ਕਿਸੇ ਮਹਾਂਪੁਰਸ਼ ਵਰਗੇ ਬਣ ਨਹੀਂ ਸਕਦੇ, ਪਰ ਉਸ ਮਹਾਂਪੁਰਸ਼ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਤੇ ਕਰ ਸਕਦੇ ਆ, ਜਿੱਦਾਂ ਉਹਨਾਂ ਨੇ ਚੱਲ ਕੇ ਵਿਖਾਇਆ। ਗੁਰੂ ਨਾਨਕ ਦੇ ਘਰ ਵਿੱਚ, ਮਹਾਰਾਜ ਦੇ ਦਰਬਾਰ 'ਚ ਅਸੀਂ ਇਸੇ ਕਰਕੇ ਆਉਂਦੇ ਆ, ਸਤਿਗੁਰੂ ਸਾਡੀ ਭੈੜੀ ਮੱਤ ਕੱਢ ਕੇ ਆਪਣੀ ਗੁਰਮਤ ਪਾ ਦਿਓ, ਕਿਰਪਾ ਕਰ ਦਿਓ। ਤੇ ਮਹਾਰਾਜ ਦੇ ਚਰਨਾਂ 'ਚ ਲੇਖ ਲਿਖਾਉਣ ਵਾਸਤੇ ਆਈ ਦਾ। ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਬਾਣੀ ਪੜ੍ਹਦੇ ਜ਼ਰੂਰ ਆ, ਬਾਣੀ ਸੁਣਦੇ ਜ਼ਰੂਰ ਆ, ਪਰ ਅਜੇ ਤੱਕ ਅਸਰ ਨਹੀਂ ਹੋਇਆ। ਜਿਨ੍ਹਾਂ ਨੇ ਬਾਣੀ ਪੜ੍ਹ ਲਈ, ਜਿਨ੍ਹਾਂ ਨੇ ਸੁਣ ਲਈ, ਜਿਨ੍ਹਾਂ ਨੇ ਗੁਰੂ ਦੇ ਦੀਦਾਰ ਦਰਸ਼ਨ ਕਰ ਲਏ, ਉਹਨਾਂ ਦੇ ਜੀਵਨ ਨਿਹਾਲ ਹੋ ਗਏ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਜਦੋਂ ਬਾਣੀ ਬਾਣ ਮਾਰਦੀ ਹੈ ਨਾ, ਸਾਨੂੰ ਸਮਝ ਲੈਣਾ ਚਾਹੀਦਾ ਹੈ, ਪਰ ਕਿੱਥੇ ਮੂਰਖ ਮਨ ਸਮਝਦੇ ਨੇ। ਹੋ ਤੈਨੂੰ ਮੂਰਖਾ ਸਮਝ ਨਾ ਆਵੇ, ਬਾਣੀ ਤੇਰੇ ਬਾਣ ਮਾਰਦੀ, ਤੈਨੂੰ ਮੂਰਖਾ ਸਮਝ ਨਾ ਆਵੇ, ਬਾਣੀ ਤੇਰੇ ਬਾਣ ਮਾਰਦੀ। ਤੈਨੂੰ ਮੂਰਖਾ ਸਮਝ ਨਾ ਆਵੇ, ਬਾਣੀ ਤੇਰੇ ਬਾਣ ਮਾਰਦੀ, ਤੈਨੂੰ ਮੂਰਖਾ ਸਮਝ ਨਾ ਆਵੇ, ਬਾਣੀ ਤੇਰੇ ਬਾਣ ਮਾਰਦੀ। ਹੋ ਤੈਨੂੰ ਮੂਰਖਾ ਸਮਝ ਨਾ ਆਵੇ, ਬਾਣੀ ਤੇਰੇ ਬਾਣ ਮਾਰਦੀ।
ਨਾ ਆਵੇ ਬਾਣੀ ਤੇਰੇ ਬਾਣ ਮਾਰਦੀ ਬਾਣੀ ਤੇਰੇ ਜੀਓ ਬਾਣ ਮਾਰਦੀ ਬਾਣੀ ਤੇਰੇ ਬਾਣ ਮਾਰਦੀ ਓ ਬਾਣੀ ਤੇਰੇ ਜੀਓ ਬਾਣ ਮਾਰਦੀ ਬਾਣੀ ਤੇਰੇ ਜੀ ਬਾਣ ਮਾਰਦੀ ਬਾਣੀ ਤੇਰੇ ਜੀ ਬਾਣ ਮਾਰਦੀ ਓ ਬਾਣੀ ਤੇਰੇ ਜੀਓ ਬਾਣ ਮਾਰਦੀ ਬਾਣੀ ਤੇਰੇ ਜੀ ਬਾਣ ਮਾਰਦੀ ਓ ਬਾਣੀ ਤੇਰੇ ਜੀ ਬਾਣ ਮਾਰਦੀ ਓ ਬਾਣੀ ਤੇਰੇ ਜੀ ਬਾਣ ਮਾਰਦੀ ਓ ਤੈਨੂੰ ਮੂਰਖਾ ਸਮਝ ਨਾ ਆਵੇ ਬਾਣੀ ਤੇਰੇ ਬਾਣ ਮਾਰਦੀ ਤੈਨੂੰ ਮੂਰਖਾ ਸਮਝ ਨਾ ਆਵੇ ਬਾਣੀ ਤੇਰੇ ਬਾਣ ਮਾਰਦੀ ਤੈਨੂੰ ਮੂਰਖਾ ਸਮਝ ਨਾ ਆਵੇ ਬਾਣੀ ਤੇਰੇ ਬਾਣ ਮਾਰਦੀ ਤੈਨੂੰ ਮੂਰਖਾ ਸਮਝ ਨਾ ਆਵੇ ਬਾਣੀ ਤੇਰੇ ਬਾਣ ਮਾਰਦੀ ਓ ਤੈਨੂੰ ਮੂਰਖਾ ਸਮਝ ਨਾ ਆਵੇ ਬਾਣੀ ਤੇਰੇ ਬਾਣ ਮਾਰਦੀ ਓ ਤੈਨੂੰ ਮੂਰਖਾ ਸਮਝ ਨਾ ਆਵੇ ਬਾਣੀ ਤੇਰੇ ਬਾਣ ਮਾਰਦੀ ਜਦੋਂ ਗੁਰਬਾਣੀ ਦੀ ਸਮਝ ਲੱਗ ਗਈ ਜਦੋਂ ਇਹ ਪਤਾ ਲੱਗ ਗਿਆ ਵੀ ਮਹਾਰਾਜ ਦੇ ਚਰਨਾਂ 'ਚ ਆਪਾਂ ਆਏ ਆ ਰੋਜ਼ ਪੜ੍ਹਦੇ ਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਇਹ ਪਤਾ ਲੱਗ ਗਿਆ ਵੀ ਸਤਿਗੁਰੂ ਪਾਇਆ ਵੀ ਜਾਂਦਾ ਹੈ ਗੱਲ ਉਦਣ ਬਣਨੀ ਜਿੱਦਣ ਇਹ ਪਤਾ ਲੱਗ ਗਿਆ ਇਹ ਸ਼ਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ ਕਿਹੜਾ ਕਰਮ ਕਮਾਇਆ ਕੀ ਕੀਤਾ ਦੁਨੀਆ ਤੇ ਆ ਕੇ ਖੱਟਿਆ ਕੀ ਇੱਕ ਪਾਸੇ ਨਾ ਮਾਲਕ ਵੱਲੋਂ ਜਿਹੜੇ ਦਿੱਤੇ ਗਏ ਸਵਾਸ ਨੇ ਇੱਕ ਪਾਸੇ ਉਹ ਰੱਖ ਲਿਆ ਕਰੋ ਇੱਕ ਪਾਸੇ ਆਪਣੇ ਕਰਮ ਰੱਖ ਲਿਆ ਕਰੋ ਜਿੱਦਾਂ ਦੇ ਆਪਾਂ ਕਰਮ ਕਰਦੇ ਆਂ ਤੇ ਸਾਧ ਸੰਗਤ ਜੀ ਫਿਰ ਆਪਣੇ ਆਪ ਦਾ ਕੰਪੈਰੀਜ਼ਨ ਕਰਕੇ ਵੇਖਿਆ ਕਰੋ ਮਹਾਰਾਜ ਨਾਲ ਆਏ ਕਾਦੇ ਵਾਸਤੇ ਸੀ ਕਰਨ ਕੀ ਲੱਗ ਗਏ ਜ਼ਿੰਦਗੀ 'ਚ ਕੀਤਾ ਕੀ ਜੇ ਪੁੰਨਾਂ ਦੀ ਗਿਣਤੀ ਕਰੀਏ ਜੇ ਦਾਨ ਪੁੰਨ ਦੀ ਗਿਣਤੀ ਕਰੀਏ ਜੇ ਵਾਹਿਗੁਰੂ ਦੇ ਨਾਮ ਦੀ ਗਿਣਤੀ ਕਰੀਏ ਤੇ ਇੰਨੇ ਕੁ ਰਹਿ ਜਾਣੇ ਨੇ ਤੇ ਸਾਧ ਸੰਗਤ ਇਹ ਸਵਾਸ ਦਿਨੋਂ ਦਿਨ ਘਟਦੇ ਜਾਂਦੇ ਨੇ ਮਹਾਰਾਜ ਦੇ ਚਰਨਾਂ 'ਚ ਆਈਦਾ ਹੀ ਇਸੇ ਕਰਕੇ ਸੋਝੀ ਬਖਸ਼ ਦੇਣ ਮਹਾਰਾਜ ਕਿਰਪਾ ਕਰ ਦੇਣ ਤੇ ਖੁਸ਼ੀ ਲੈਣ ਵਾਸਤੇ ਮਹਾਰਾਜ ਦੇ ਭੋਰੇ ਬਣੀਦਾ ਮਹਾਰਾਜ ਦੇ ਚਰਨਾਂ 'ਚ ਆਈਦਾ ਹੀ ਇਸੇ ਕਰਕੇ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਲਓ ਕਿਰਪਾ ਕਰ ਦਿਓ ਆਪਣੇ ਸਿੱਖ ਬਣਾ ਲਓ ਪਰ ਇਦੋਂ ਜੇ ਸਿੱਖ ਬਣਨਾ ਹੈ ਨੇਮ ਪਗਾਉਣਾ ਪੈਣਾ ਹੈ ਪ੍ਰੇਮ ਬਣਾਉਣਾ ਪੈਣਾ ਹੈ ਮਹਾਰਾਜ ਦੇ ਘਰ ਵਿੱਚ ਆਉਣਾ ਪੈਣਾ ਹੈ ਜਿੱਦਣ ਸਤਿਗੁਰ ਦੇ ਚਰਨਾਂ 'ਚ ਦੀਵਾਨਾ ਬਣ ਕੇ ਬਹਿ ਗਿਆ ਨਾ ਜਿੱਦਣ ਇੱਕ ਗੱਲ ਮਨ 'ਚ ਵਸਾ ਲਈ ਵੀ ਠੀਕ ਹੈ ਦੁਨਿਆਵੀ ਕੰਮ ਵੀ ਕਰਨੇ ਨੇ ਪਰ ਮਨਾ ਉਹ ਹੋ ਜਾ ਮਨਾ ਫਕੀਰ ਛੱਡ ਦੇ ਇਹ ਇੱਥੇ ਬਿਰਤੀ ਬਣਾਉਣੀ ਪੈਣੀ ਆ ਉਹ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ
ਛੱਡ ਦੇ ਦੁਨੀਆ ਵਾਲੀ ਮੌਜ ਹੋ ਜਾ ਰੱਬ ਦੀ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਦੁਨਿਆਵੀ ਮੌਜ ਛੱਡ ਕੇ ਦੁਨਿਆਵੀ ਰੰਗ ਬਹਾਰਾਂ ਛੱਡ ਕੇ ਮਹਾਰਾਜ ਦੇ ਚਰਨਾਂ ਚ ਆ ਜਾ, ਤੈਨੂੰ ਸੋਝੀ ਆ ਜਾਏਗੀ। ਸਤਿਗੁਰ ਦੀ ਖੁਸ਼ੀ ਲੈ ਲੈ, ਮਹਾਰਾਜ ਨੂੰ ਖੁਸ਼ ਕਰ ਲੈ, ਤੇ ਜਿੱਦਣ ਸਤਿਗੁਰ ਖੁਸ਼ ਹੋ ਗਿਆ ਸਾਧ ਸੰਗਤ ਆਹੀ ਜ਼ਿੰਦਗੀ ਜਿਹੜੀ ਜ਼ਿੰਦਗੀ ਜਿਉਣ ਨੂੰ ਦਿਲ ਨਹੀਂ ਕਰਦਾ, ਇਹੀ ਜ਼ਿੰਦਗੀ ਬਣ ਜਾਏਗੀ ਸਵਰਗ। ਇਹੀ ਜ਼ਿੰਦਗੀ ਚੋਂ ਆਨੰਦ ਆਉਣ ਲੱਗ ਜਾਏਗਾ। ਮਹਾਰਾਜ ਨੂੰ ਸਿਮਰਨਾ ਕਿਸ ਵਾਸਤੇ, ਸਤਿਗੁਰ ਦੇ ਚਰਨਾਂ ਚ ਆਉਣਾ ਕਿਸ ਵਾਸਤੇ? ਅਸੀਂ ਕੋਈ ਸਾਣ ਨਹੀਂ ਕਰਦੇ। ਕਈ ਬੰਦੇ ਕਹਿਣਗੇ ਮੈਂ ਸੇਵਾ ਕਰਨ ਜਾਣਾ, ਮੈਂ ਸਿਮਰਨ ਕਰਨ ਜਾਣਾ, ਮੈਂ ਗੁਰਦੁਆਰੇ 4 ਵਜੇ ਉੱਠ ਕੇ ਰੋਜ਼ ਜਾਣਾ। ਸਾਣ ਨਹੀਂ ਕਰਦਾ ਕਿਸੇ ਦੇ, ਤੂੰ ਆਪਣਾ ਆਪ ਸਵਾਰਦਾ ਹੈ। ਜੇ ਸਾਨੂੰ ਲੋੜ ਹੈ, ਜੇ ਸਾਨੂੰ ਪਤਾ ਹੈ ਵੀ ਅਸੀਂ ਸਿਮਰਨ ਕਰਾਂਗੇ ਭਵ ਸਾਗਰ ਤੋਂ ਪਾਰ ਤਾਂ ਹੋਣਾ ਹੈ, ਤਾਂ ਗੁਰਦੁਆਰੇ ਜਾਂਦੇ ਆ। ਜਿਹੜੇ ਨਹੀਂ ਜਾਂਦੇ ਉਹਨਾਂ ਨੂੰ ਕੀ? ਸੇਵਾ ਕਰਦਾ ਕੋਈ ਆਪਣੇ ਵਾਸਤੇ, ਸਿਮਰਨ ਕਰਦਾ ਕੋਈ ਆਪਣੇ ਵਾਸਤੇ, ਆਪਣੇ ਕਰਮਾਂ ਵਾਸਤੇ। ਜਿੱਦਾਂ ਦਾ ਕੋਈ ਬੀਜ ਬੀਜ ਲੇਗਾ ਉਦਾਂ ਦਾ ਵੱਢ ਲੇਗਾ। ਟਿਕਾ ਬਖਸ਼ੋ ਬਾਈ। ਜੇ ਕਿਸੇ ਦਾ ਗੱਲਾਂ ਕਰਨ ਨੂੰ ਦਿਲ ਕਰਦਾ ਉੱਠ ਕੇ ਬਾਹਰ ਚਲੇ ਜਾਓ। ਜਿਹੜੀਆਂ ਸੰਗਤਾਂ ਬਾਹਰ ਬੈਠੀਆਂ ਤਰਸਦੀਆਂ ਵੀ ਅੰਦਰ ਆ ਜੀ, ਅੰਦਰ ਜਗ੍ਹਾ ਹੈ ਨਹੀਂ। ਤੇ ਜਿਨ੍ਹਾਂ ਨੂੰ ਇੱਥੇ ਜਗ੍ਹਾ ਮਿਲੀ ਉਹ ਟਿਕਾ ਨਾਲ ਬੈਠਣ ਦੀ ਕਿਰਪਾਲਤਾ ਕਰੋ। ਜੇ ਗੱਲਾਂ ਕਰਨ ਨੂੰ ਦਿਲ ਕਰਦਾ ਫਿਰ ਤੁਸੀਂ ਬਾਹਰ ਜਾ ਸਕਦੇ ਹੋ। ਦੁਕਾਨਾਂ ਲੱਗੀਆਂ ਨੇ, ਐਵੇਂ ਟਿੱਕੀਆਂ ਟੁੱਕੀਆਂ ਖਾਓ, ਤੁਸੀਂ ਸੰਗਤ ਤੋਂ ਕੀ ਲੈਣਾ। ਇੱਥੇ ਉਹ ਬੈਠੋ ਜਿਨ੍ਹਾਂ ਨੇ ਨਾਮ ਜਪਣਾ, ਜਿਨ੍ਹਾਂ ਨੇ ਗੁਰੂ ਦੀ ਗੱਲ ਪੱਲੇ ਬੰਨਣੀ। ਨਹੀਂ ਤੇ ਜ਼ਿੰਦਗੀ ਲੰਘ ਗਈ ਮੱਥੇ ਟੇਕਦਿਆਂ ਦੀ, ਸਾਰੀ ਸਾਰੀ ਉਮਰ ਲੰਘ ਗਈ। ਖੱਟਿਆ ਕੀ ਅੱਜ ਤੱਕ? ਇੱਕ ਬੰਦਾ 10 ਰੁਪਏ ਰੱਖ ਕੇ ਮੱਥਾ ਟੇਕਦਾ, ਦੂਜਾ 20 ਰੱਖਦਾ, ਤੀਜਾ 100 ਰੱਖਦਾ, ਮੈਂ 500 ਰੱਖਦਾ। ਆਹੀ ਕੰਮਾਂ 'ਚ ਲੰਘ ਗਈ ਸਾਰੀ ਜ਼ਿੰਦਗੀ। ਇੱਕ ਗੱਲ ਇਹ ਵੀ ਚੇਤੇ ਰੱਖਿਓ, ਗੁਰੂ ਸਾਡੇ 10 100 50 ਦਾ ਭੁੱਖਾ ਨਹੀਂ। ਗੁਰੂ ਸਾਡੇ ਰਮਾਲਿਆਂ ਦਾ ਭੁੱਖਾ ਨਹੀਂ। ਗੁਰੂ ਨੇ ਸਾਡੀਆਂ ਦੇਗਾਂ ਨਹੀਂ ਵੇਖਣੀਆਂ ਵੀ ਕੁਆਂਟਲ ਦੀ ਲੈ ਕੇ ਆਇਆ ਜਾਂ 50 ਕਿਲੋ ਦੀ ਲੈ ਕੇ ਆਇਆ। ਇਹ ਨਹੀਂ ਵੇਖਣਾ ਮਹਾਰਾਜ ਨੇ। ਮਹਾਰਾਜ ਨੇ ਵੇਖਣਾ ਮੇਰੀ ਗੱਲ ਨੂੰ ਕਿੰਨਾ ਕੁ ਮੰਨਦਾ ਹੈ। ਅਸੀਂ ਗੱਲ ਉਸੇ ਦੀ ਮੰਨਾਂਗੇ ਨਾ ਜਿਹਨੂੰ ਪ੍ਰੇਮ ਕਰਾਂਗੇ, ਪਿਆਰ ਕਰਾਂਗੇ। ਜੇ ਕੋਈ ਗੱਲ ਕਹੇਗਾ ਅਸੀਂ ਮੰਨ ਲਾਂਗੇ, ਤੇ ਜਿੰਦੇ ਨਾਲ ਸਾਡਾ ਪ੍ਰੇਮ ਹੈ ਨਹੀਂ, ਜ਼ੋਰ ਲਾ ਲਿਆ ਅਸੀਂ ਮੰਨਦੇ ਹੀ ਨਹੀਂ। ਸਤਿਗੁਰ ਦੀ ਗੱਲ ਤਾਂ ਨਹੀਂ ਮੰਨਦੇ, ਸਿਰਫ ਅਜੇ ਅਸੀਂ ਆ ਦਿਮਾਗ ਤੇ ਮਾਰਨ ਨੂੰ ਪਾਇਆ ਵੀ ਗੁਰੂ ਹੈ, ਮੰਨਣਾ, ਮੱਥਾ ਟੇਕਣਾ, ਬਸ। ਅੰਦਰੋਂ ਪ੍ਰੇਮ ਨਹੀਂ ਗੁਰੂ ਨਾਲ। ਅੰਦਰੋਂ ਥੋਥੀ ਸ਼ਰਧਾ ਲਈ ਫਿਰਦੇ ਆ ਆਪਾਂ। ਜਿਹੜੀ ਸ਼ਰਧਾ, ਜਿਹੜੀ ਭਾਵਨਾ, ਜਿਹੜਾ ਪਿਆਰ ਮਹਾਰਾਜ ਦੇ ਚਰਨਾਂ 'ਚ ਹੋਣਾ ਚਾਹੀਦਾ ਹੈ, ਉਹ ਹੈ ਨਹੀਂ ਸਾਡਾ। ਤੇ ਜਿੱਦਣ ਉਹ ਪ੍ਰੇਮ ਪੈ ਗਿਆ ਫਿਰ ਗੱਲਾਂ ਹੋਰ ਹੋਣਗੀਆਂ। ਫਿਰ ਮਹਾਰਾਜ ਦੇ ਚਰਨਾਂ ਵਿੱਚ ਆਉਣ ਦਾ ਆਨੰਦ, ਜ਼ਿੰਦਗੀ ਜਿਉਣ ਦਾ ਨਜ਼ਰੀਆ ਬਦਲ ਜਾਏਗਾ। ਪਰ ਅਜੇ ਨਜ਼ਰੀਏ ਨਹੀਂ ਬਦਲੇ। ਸਾਧ ਸੰਗਤ ਜੀ, ਮਹਾਰਾਜ ਦੇ ਚਰਨਾਂ 'ਚ ਆਇਆ ਪਤਾ ਲੱਗਦਾ ਹੈ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜਨ ਵਾਸਤੇ ਆਇਆ ਸੀ ਭਾਈ ਹਰਪਾਲ। ਜੁੜਨ ਵਾਸਤੇ ਉਹਨੇ ਦਰਸ਼ਨ ਕਰਨ ਵਾਸਤੇ ਆਇਆ ਮਹਾਰਾਜ ਦੇ। ਮਨ ਅਸ਼ਾਂਤ ਹੈ, ਟਿਕਦਾ ਨਹੀਂ। ਦੁਨੀਆ ਤੇ ਕਰਮ ਬੜੇ ਕਰਦਾ ਹੈ ਪਰ ਟਿਕਾ ਨਹੀਂ, ਸ਼ਾਂਤੀ ਨਹੀਂ। ਕਹਿੰਦੇ ਕਿਸੇ ਨੇ 10 ਪਾਤੀ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜਾ ਪਿਆਰ ਕਰਦੇ ਨੇ, ਬੜੀ ਕਿਰਪਾ ਕਰਦੇ ਨੇ। ਚਲਿਆ ਗਿਆ ਭਾਈ ਹਰਪਾਲ ਮਹਾਰਾਜ ਦੇ ਚਰਨਾਂ 'ਚ ਜਾ ਕੇ ਮੱਥਾ ਟੇਕਦਾ ਹੈ, ਸਿਜਦੇ ਕਰਦਾ ਹੈ। ਧਿਆਨ ਦਿਓ ਬਈ, ਮੱਥਾ ਟੇਕਦਾ, ਸਿਜਦੇ ਕਰਦਾ ਹੈ। ਮਹਾਰਾਜ ਭਾਈ ਹਰਪਾਲ ਨੂੰ ਪੁੱਛਦੇ, ਆ ਬਈ ਕਿਵੇਂ ਆਇਆ? ਕਹਿੰਦਾ ਮਹਾਰਾਜ ਸਿੱਖ ਬਣਾ ਲਓ। ਇੱਕ ਤੁਹਾਨੂੰ ਹੋਰ ਬੇਨਤੀ ਕਰ ਦੇਣਾ, ਅੱਜ ਦਾ ਜੇ ਸਿੱਖ ਬਣਨਾ ਤੁਸੀਂ ਇਹਨਾਂ 2 ਹੱਥਾਂ ਦਾ ਬੁੱਕ ਬਣਾ ਕੇ ਅੰਮ੍ਰਿਤ ਲੈ ਲਓ, ਸ੍ਰੀ ਸਾਹਿਬ ਪਾ ਲਓ, ਤੁਹਾਨੂੰ ਫਤਵਾ ਮਿਲ ਜਾਣਾ ਸਿੰਘ ਸਾਹਿਬ, ਖਾਲਸਾ ਜੀ, ਸਿੱਖ ਬਣ ਜਾਓਗੇ। ਪਰ ਪੁਰਾਣੇ ਸਮਿਆਂ 'ਚ ਐਡੀ ਸੌਖੀ ਸਿੱਖੀ ਨਹੀਂ ਸੀ ਮਿਲਦੀ। ਪੁਰਾਣੇ ਸਮਿਆਂ 'ਚ ਐਡਾ ਸੌਖਾ ਗੁਰੂ ਨਾ ਸੀ ਮਿਲਦਾ। ਹੁਣ ਤੇ ਕੰਮ ਹੀ ਬੜਾ ਸੌਖਾ ਕਰਤਾ। ਸਮਾਂ ਕਲਯੁਗ ਦਾ, ਸਾਧਨ ਵੀ ਸੌਖੇ ਹੋ ਗਏ। ਤੇ ਕਹਿੰਦੇ ਭਾਈ ਹਰਪਾਲ ਮਹਾਰਾਜ ਦੇ ਚਰਨਾਂ 'ਚ ਆਇਆ। ਸਤਿਗੁਰੂ ਕੀ ਚਾਹੁੰਦਾ ਭਾਈ? ਕਹਿੰਦਾ ਮਹਾਰਾਜ ਜੀ ਮਿਹਰ ਕਰ ਦਿਓ, ਆਪਣਾ ਸਿੱਖ ਬਣਾ ਲਓ, ਸਿੱਖੀ ਬਖਸ਼ ਦਿਓ। ਮਾਰੇ ਕਹਿੰਦੇ ਸਿੱਖੀ ਲੈਣ ਆਇਆ? ਸਿੱਖੀ ਲੈਣੀ? ਹਾਂ ਮਹਾਰਾਜ ਸਿੱਖ ਬਣਾ ਲਓ ਆਪਣਾ। ਮਾਰੇ ਕਹਿੰਦੇ ਜਿਹੜੀ ਸਿੱਖੀ ਹੈ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਭਾਈ ਹਰਪਾਲ ਸਿੱਖੀ ਲੈਣ ਆਇਆ। ਜਿਹੜੀ ਸਿੱਖੀ ਹੈ ਨਾ,
ਇਹ ਸਿੱਖੀ ਧਾਰਨ ਕਰਨ ਦਾ ਗੁਰੂ ਨਾਨਕ ਦੇ ਘਰ ਵਿੱਚ ਆਉਣ ਦਾ ਇੱਕ ਅਸੂਲ ਹੈ। ਭਾਈ ਹਰਪਾਲ ਕਹਿੰਦਾ ਮਾਰੇ ਕਿਹੜਾ ਅਸੂਲ ਦੱਸੋ ਹਾਂ ਭਲਾ। ਮਹਾਰਾਜ ਕਹਿੰਦੇ ਵੇਖ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ। ਜਿੱਦਣ ਆ ਗਿਆ ਆਪਣਾ ਆਪ ਮਾਰ ਕੇ ਆਈ, ਆਪਾ ਬਟਾ ਕੇ ਆਈ। ਸਿੱਖੀ ਉੱਥੋਂ ਸ਼ੁਰੂ ਹੋਣੀ। ਕਹਿੰਦਾ ਮਹਾਰਾਜ ਜੀ ਕਿਰਪਾ ਕਰ ਦਿਓ, ਆਪਣੇ ਚਰਨਾਂ ਨਾਲ ਜੋੜ ਲਓ। ਮਹਾਰਾਜ ਕਹਿੰਦੇ ਤੇਰੇ ਕਰਮ ਕਿਹੋ ਜਿਹੇ ਨੇ, ਕੰਮ ਕੀ ਕਰਦਾ ਹੈ? ਮਹਾਰਾਜ ਜ਼ਿੰਦਗੀ 'ਚ ਕੋਈ ਚੰਗਾ ਕੰਮ ਨਹੀਂ ਕੀਤਾ। ਭਾਈ ਹਰਪਾਲ ਕਹਿੰਦਾ ਮੈਂ ਕੁਛ ਵੀ ਚੰਗਾ ਨਹੀਂ ਕੀਤਾ, ਹੁਣ ਤੱਕ ਮਾੜੇ ਹੀ ਕਰਮ ਕਰੇ ਨੇ। ਕੀ ਚਾਹੁੰਦਾ ਹੈ? ਸਿੱਖ ਬਣਾ ਲਓ ਬਸ। ਮਹਾਰਾਜ ਆਖਣ ਲੱਗੇ ਇਹ ਜਿਹੜੀ ਖੇਡ ਹੈ ਨਾ ਸੌਖੀ ਨਹੀਂ ਬਈ। ਜਿਉਂਦੇ ਮਰਨਾ ਪੈਂਦਾ, ਇਹ ਸੋਚ ਲਈ ਪਹਿਲਾਂ। ਜਿਉਂਦੇ ਮਰਨਾ ਪੈਂਦਾ, ਬੜੀ ਔਖੀ ਖੇਡ ਪ੍ਰੇਮ ਦੀ, ਬੜੀ ਔਖੀ ਖੇਡ ਪ੍ਰੇਮ ਦੀ। ਜਿਉਂਦੇ ਮਰਨਾ ਪੈਂਦਾ, ਔਖੀ ਖੇਡ ਪ੍ਰੇਮ ਦੀ, ਬੜੀ ਔਖੀ ਖੇਡ ਪ੍ਰੇਮ ਦੀ। ਉਹ ਜਿਉਂਦੇ ਮਰਨਾ ਪੈਂਦਾ, ਔਖੀ ਖੇਡ ਪ੍ਰੇਮ ਦੀ, ਬੜੀ ਔਖੀ ਖੇਡ ਪ੍ਰੇਮ ਦੀ। ਬਈ ਜਿਉਂਦੇ ਮਰਨਾ ਪੈਂਦਾ, ਬੜੀ ਔਖੀ ਖੇਡ, ਬੜੀ ਔਖੀ ਖੇਡ ਪ੍ਰੇਮ ਦੀ। ਜਿਉਂਦੇ ਮਰਨਾ ਪੈਂਦਾ, ਔਖੀ ਖੇਡ ਪ੍ਰੇਮ ਦੀ, ਬੜੀ ਔਖੀ ਖੇਡ ਪ੍ਰੇਮ। ਬੋਲੋ ਸੰਗਤਾਂ, ਜਿਉਂਦੇ ਮਰਨਾ ਔਖੀ। ਮਾਵਾਂ ਵੀ ਬੋਲਿਆ ਕਰੋ, ਭਾਈ ਵੀ। ਖੇਡ ਪ੍ਰੇਮ ਔਖੀ ਖੇਡ ਪ੍ਰੇਮ ਦੀ, ਔਖੀ ਖੇਡ ਪ੍ਰੇਮ ਦੀ, ਔਖੀ ਖੇਡ ਪ੍ਰੇਮ ਦੀ, ਔਖੀ ਖੇਡ ਪ੍ਰੇਮ ਦੀ, ਬੜੀ ਔਖੀ ਖੇਡ ਪ੍ਰੇਮ ਦੀ, ਔਖੀ ਖੇਡ ਪ੍ਰੇਮ ਦੀ, ਬੜੀ ਔਖੀ ਖੇਡ ਪ੍ਰੇਮ ਦੀ, ਔਖੀ ਖੇਡ ਪ੍ਰੇਮ ਦੀ, ਔਖੀ ਖੇਡ ਪ੍ਰੇਮ ਦੀ, ਔਖੀ ਖੇਡ ਪ੍ਰੇਮ ਦੀ। ਉਹ ਜਿਉਂਦੇ ਮਰਨਾ ਪੈਂਦਾ, ਜਿਉਂਦੇ ਮਰਨਾ ਪੈਂਦਾ, ਬੜੀ ਔਖੀ ਖੇਡ, ਬੜੀ ਔਖੀ ਖੇਡ ਪ੍ਰੇਮ ਦੀ। ਬੜੀ ਔਖੀ ਖੇਡ ਪ੍ਰੇਮ ਦੀ, ਬੜੀ ਔਖੀ ਖੇਡ ਪ੍ਰੇਮ। ਬੋਲੋ ਸੰਗਤਾਂ, ਜਿਉਂਦੇ ਵਾਹ ਵਾਹ, ਬੜੀ ਔਖੀ ਖੇਡ ਪ੍ਰੇਮ ਦੀ। ਜਿਉਂਦੇ ਮਰਨਾ ਪੈਂਦਾ। ਮਾਰੇ ਕਹਿੰਦੇ ਆਇਆ ਕੀ ਚਾਹੀਦਾ? ਕਹਿੰਦਾ ਸਿੱਖੀ। ਸਤਿਗੁਰ ਕਹਿੰਦੇ ਇਹ ਔਖੀ ਖੇਡ ਹੈ, ਨਿਭਾ ਦੇਵੇਂਗਾ ਸਿੱਖੀ? ਕਹਿੰਦਾ ਮਹਾਰਾਜ ਚਰਨਾਂ 'ਚ ਰੱਖ ਲਓ ਬਸ, ਆਪਣੇ ਚਰਨਾਂ ਨਾਲ ਜੋੜ ਲਓ। ਮਾਰੇ ਕਹਿੰਦੇ ਰਹਿ ਫਿਰ ਕਰ ਸੇਵਾ। ਭਾਈ ਹਰਪਾਲ ਮਹਾਰਾਜ ਦੇ ਚਰਨਾਂ 'ਚ ਰਹਿਣ ਲੱਗ ਪਿਆ। ਭਾਂਡਿਆਂ ਦੀ ਸੇਵਾ ਲਾਤੀ ਮਹਾਰਾਜ ਨੇ। ਬਰਤਨ ਮਾਂਜਦਾ ਤੇ ਆਂਦੇ ਹੋ, ਭਾਂਡੇ ਮਾਂਜਦਾ, ਬਰਤਨ ਸਾਫ਼ ਕਰਦਾ ਹੈ। ਸੰਗਤਾਂ ਆਉਂਦੀਆਂ ਨੇ, ਲੰਗਰ ਛਕਦੀਆਂ ਨੇ, ਜਿੱਥੇ ਭਾਂਡੇ ਪਏ ਨੇ, ਬਰਤਨ ਪਏ ਨੇ, ਉੱਥੇ ਸਾਫ਼ ਕਰਦਾ ਹੈ, ਸੇਵਾ ਕਰਦਾ ਹੈ। ਕਦੇ ਝਾੜੂ ਲਾਉਂਦਾ ਹੈ, ਕਦੇ ਲੰਗਰ ਸਫਾਈ ਕਰਦਾ ਹੈ, ਕਦੇ ਲੰਗਰ ਵਰਤਾਉਂਦਾ ਹੈ। ਤੇ ਕਹਿੰਦੇ ਭਾਈ ਹਰਪਾਲ ਜਿੱਦਾਂ ਜਿੱਦਾਂ ਭਾਂਡੇ ਮਾਂਜਦਾ ਹੈ ਨਾ, ਮਨ ਦੀ ਮੈਲ ਉਤਰਦੀ ਜਾਂਦੀ ਹੈ। ਇੱਕ ਨਾ ਤੁਸੀਂ ਕਈ ਵਾਰ ਆਪਾਂ ਜਦੋਂ ਗੁਰਦੁਆਰੇ ਚੱਲ ਕੇ ਆਈਦਾ, ਜਦੋਂ ਬਾਣੀ ਪੜਨ ਲੱਗ ਜਾਈਏ, ਤੁਹਾਡੇ ਚੋਂ ਬੜੇ ਸੱਜਣਾ ਨਾਲ ਇਹ ਘਟਨਾ ਵਾਪਰੀ ਹੋਏਗੀ। ਜਦੋਂ ਬਾਣੀ ਪੜਨ ਲੱਗ ਜਾਈਏ ਤੇ ਕਈ ਵਾਰ ਮਨ ਨੂੰ ਬਦੋ-ਬਦੀ ਰੋਣਾ ਆਈ ਜਾਂਦਾ, ਵਿਰਾਗ ਆਈ ਜਾਂਦਾ। ਉਹ ਗੱਲ ਨਹੀਂ ਹੁੰਦੀ, ਟੈਨਸ਼ਨ ਕੋਈ ਨਹੀਂ, ਉਦਾਂ ਹੀ। ਤੇ ਜਦੋਂ ਬਹੁਤਾ ਜ਼ਿਆਦਾ ਰਸ ਆ ਜੇ, ਉਦੋਂ ਬੰਦਾ ਜ਼ਿਆਦਾ ਰੋਂਦਾ। ਕਿਉਂ? ਵੀ ਯਾਰ ਇੰਨਾ ਸਮਾਂ ਐਵੇਂ ਗਵਾਤਾ ਬਸ। ਇੰਨਾ ਸਮਾਂ, ਇੰਨੇ ਸਵਾਸ ਕਿੱਥੋਂ ਲਿਆਵਾਂਗਾ ਲੱਭ ਕੇ? ਇੰਨਾ ਰਸ ਸੀ, ਇੰਨਾ ਆਨੰਦ ਸੀ।
ਤੇ ਕਹਿੰਦੇ ਜਿੱਦਾਂ ਜਿੱਦਾਂ ਸ਼ਾਂਤੀ ਮਿਲਦੀ, ਸਕੂਨ ਮਿਲਦਾ ਹੈ, ਭਾਈ ਹਰਪਾਲ ਆਨੰਦ ਵਿੱਚ ਹੋਈ ਜਾਂਦਾ, ਨਾਮ ਜਪਦਾ, ਭਗਤੀ ਕਰਦਾ ਹੈ। ਹੌਲੀ ਹੌਲੀ ਲਗਨ ਲੱਗ ਗਈ, ਰੋਜ਼ ਮਹਾਰਾਜ ਦੇ ਦਰਸ਼ਨ ਕਰਦਾ ਹੈ, ਭਾਂਡੇ ਮਾਂਜਦਾ, ਐਨ ਮਨ ਸਾਫ਼ ਹੋ ਗਿਆ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਲੰਗਰ ਵਿੱਚ ਤੇ ਉਹਨੂੰ ਪੁੱਛਿਆ, ਕਹਿੰਦੇ ਤੇਰੇ ਕਰਮ ਕਿਹੋ ਜਿਹੇ ਨੇ, ਕੀ ਹਾਲ ਤੇਰਾ? ਚਰਨਾਂ ਤੇ ਢਹਿ ਪਿਆ, ਢੋਲ ਬੰਦ ਕਰਾਓ, ਚਰਨਾਂ ਤੇ ਢਹਿ ਪਿਆ, ਹੱਥ ਜੋੜੇ ਤੇ ਕਹਿੰਦੇ ਚਰਨਾਂ ਤੇ ਢਹਿ ਕੇ ਕਹਿੰਦਾ, ਮਹਾਰਾਜ ਜ਼ਿੰਦਗੀ ਜਿਉਣ ਦਾ ਮੈਨੂੰ ਹੁਣ ਪਤਾ ਲੱਗਿਆ, ਸੋਝੀ ਹੁਣ ਆਈ ਏ, ਮੈਨੂੰ ਪਤਾ ਨਹੀਂ ਸੀ ਅੱਜ ਤੋਂ ਬਾਅਦ ਜ਼ਿੰਦਗੀ, ਚੰਗੇ ਕਰਮ ਕੀ ਨੇ ਮੈਨੂੰ ਪਤਾ ਨਾ ਸੀ ਲੱਗਿਆ। ਸੱਚੇ ਪਾਤਸ਼ਾਹ ਹੁਣ ਪਤਾ ਲੱਗਿਆ ਜ਼ਿੰਦਗੀ ਹੈ ਕੀ। ਮਹਾਰਾਜ ਤੁਹਾਡੀ ਮਿਹਰ ਹੋ ਗਈ। ਸੱਚੇ ਪਾਤਸ਼ਾਹ ਕਹਿੰਦੇ ਕਿਵੇਂ ਜੀਵਨ? ਹੁਣ ਆਨੰਦ। ਇੱਕੋ ਗੱਲ ਕਹਿੰਦਾ ਹੈ, ਮੇਰਾ ਜੀਵਨ ਬਦਲ ਗਿਆ। ਸਾਰੇ ਨਾਲ ਨਾਲ ਬੋਲੋ, ਆ ਪਾਣੀ ਵਾਲਾ ਕੰਮ ਬੰਦ ਕਰੋ ਭਾਈ, ਇਹਨ ਲੈ ਜਾਓ ਬਾਹਰ। ਤੁਹਾਨੂੰ ਕਿਹਨੇ ਕਿਹਾ ਵੀ ਸਲਦੀ ਸੰਗਤ 'ਚ ਪਾਣੀ ਪਿਆਈਦਾ? ਇਹ ਕੀਰਤਨ ਦੀ ਮਰਿਆਦਾ ਥੋੜਾ ਹੈ। ਵਰਤਾਉਣ ਵਾਲੇ ਤੇ ਚਲੋ ਜਿਹੋ ਜਿਹੇ ਹੈ ਨੇ, ਅੱਗੋਂ ਫੜਨ ਵਾਲੇ ਵੀ ਉਦੋਂ ਹੀ ਗਲਾਸ ਫੜ ਲੈਣਗੇ। ਦੱਸ ਤੁਹਾਨੂੰ ਇੱਕ ਗੱਲ ਦੱਸਾਂ, ਇਹ ਬਹਾਨੇਬਾਜ਼ੀਆਂ ਨੇ। 2 ਘੰਟੇ 'ਚ ਕਿਹੜੀ ਪਿਆਸ ਲੱਗਦੀ? ਅਸੀਂ ਸਾਰੀ ਸਾਰੀ ਦਿਹਾੜੀ ਨਹੀਂ ਪਾਣੀ ਪੀਂਦੇ। ਉਦਾਂ ਡਾਕਟਰ ਕਹਿਣਗੇ ਪਾਣੀ ਪੀਓ 1.25 ਲੀਟਰ, ਕਹਿੰਦੇ ਕਿੱਥੇ ਪੀਤਾ ਜਾਂਦਾ। ਸੰਗਤ ਵਿੱਚ ਗਲਾਸ ਫੜਾ ਦੋ, ਮੈਂ ਕਹਿੰਦਾ ਛੱਡਦਾ ਹੀ ਕੋਈ ਨਹੀਂ। ਇੰਨੀ ਕੁ ਨਾਲੇ ਚੁੰਝ ਲਪੇਟਦੇ, ਇੰਨਾ ਕੁ ਪਾਣੀ ਪੀਣਾ ਹੁੰਦਾ। ਮੈਂ ਵੇਖਿਆ ਕਈ ਵਾਰ ਬਹਾਨੇ ਲੱਭਣਗੇ ਸੰਗਤ 'ਚ ਉੱਠ ਕੇ ਜਾਣ ਦੇ, ਮੈਨੂੰ ਫੋਨ ਆ ਗਿਆ ਸੀ, ਮੈਨੂੰ ਬਾਹਰ ਫਲਾਣਾ ਮਿਲਣ ਆ ਗਿਆ ਸੀ। ਐਵੇਂ ਬਹਾਨੇਬਾਜ਼ੀਆਂ ਨੇ, ਮਨਮੁਨ ਨਹੀਂ ਲੱਗਦੇ ਸਾਡੇ ਸੰਗਤ 'ਚ। ਪਾਣੀ ਵਾਲਾ ਇਹ ਬਾਹਰ ਹੀ ਪੀਆ ਕਰੋ ਜਾ ਕੇ। ਅੱਗੇ ਵਾਸਤੇ ਵੀ ਧਿਆਨ ਰੱਖਿਓ, ਕੀਰਤਨ ਦੀ ਮਰਿਆਦਾ ਨਹੀਂ ਵੀ ਇਹ ਪਾਣੀ ਮੈਂ ਧਾਰਨਾ ਤਾਂ ਪੜ੍ਹਨੀ ਪਈ ਮੈਨੂੰ, ਮੈਂ ਚੱਲ ਟਿਕ ਜੇਗਾ। ਕਿੰਨੀਆਂ ਕੁ ਬੇਨਤੀਆਂ ਕਰਨੀਆਂ ਪੈਣੀਆਂ, ਕਦੇ ਢੋਲ ਵੱਜ ਜਾਂਦਾ ਹੈ, ਕਦੇ ਕੋਈ ਵੀਡੀਓ ਬਣਾਉਣ ਲੱਗ ਜਾਂਦਾ ਹੈ, ਕਦੇ ਪਾਣੀ ਲੈ ਵੀ। ਹੁਣ ਟਿਕਾ ਬਖਸ਼ੋ ਥੋੜਾ ਜਿਹਾ, ਜੇ ਸਾਨੂੰ ਬੁਲਾਇਆ ਤੇ ਇਸ ਕਰਕੇ ਸੁਣੋ ਵੀ ਕੁਛ ਨਾ ਕੁਛ, ਟਿਕਾ ਬਖਸ਼ੋ ਬਸ। ਉਹ ਬੱਚੀਆਂ ਜਿਹੜੀਆਂ ਪਾਣੀ, ਚਲੋ ਉਹਨਾਂ ਦੀ ਆਪਦੀ ਭਾਵਨਾ ਹੈ ਵੀ ਜਲ ਛਕਾਈਏ, ਪਰ ਸੰਗਤ 'ਚ ਨਹੀਂ ਛਕਾਈਦਾ, ਇਹ ਮਰਿਆਦਾ ਨਹੀਂ ਹੈ। ਭਾਈ ਹਰਪਾਲ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਨੇ, ਉਹ ਕਹਿੰਦੇ ਬੋਲ ਕੈਸੇ ਕਰਮ ਨੇ? ਜਿੱਦਾਂ ਜਿੱਦਾਂ ਭਾਂਡੇ ਮਾਂਜਦਾ ਮਨ ਵੀ ਮਾਂਜਿਆ ਗਿਆ। ਸੱਚੇ ਪਾਤਸ਼ਾਹ ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਉਹ ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। 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 ਉਹ ਕਿਰਪਾ ਗੁਰਾਂ ਦੀ ਹੋ ਗਈ। ਕਿਰਪਾ ਗੁਰਾਂ ਦੀ ਹੋ ਗਈ। ਉਹ ਮੇਰਾ ਜੀਵਨ ਬਦਲ ਗਿਆ, ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ। ਮਾਰੇ ਕਹਿੰਦੇ ਕਿਹੋ ਜਿਹੇ ਕਰਮ ਨੇ? ਕਹਿੰਦਾ ਮਾਰੇ ਜ਼ਿੰਦਗੀ ਦਾ ਆਨੰਦ ਆ ਗਿਆ। ਸਤਿਗੁਰੂ ਹੁਣ ਪਤਾ ਲੱਗਿਆ ਜ਼ਿੰਦਗੀ 'ਚ ਰਹੀਦਾ ਕਿਵੇਂ, ਬਹੀਦਾ ਕਿਵੇਂ। ਮਾਰੇ ਕਹਿੰਦੇ ਕਰ ਸੇਵਾ। ਫਿਰ ਦਿਨ ਰਾਤ ਸੇਵਾ ਕਰਦਾ ਭਾਈ ਹਰਪਾਲ। ਸੁਣਿਓ, ਕਹਿੰਦੇ ਮਹਾਰਾਜ ਦੇ ਦਰਸ਼ਨ ਕਰਦਾ, ਖੁਸ਼ ਰੱਖਦਾ ਮਹਾਰਾਜ ਨੂੰ। ਸੋਚਦਾ ਰਹਿੰਦਾ ਵੀ ਸਤਿਗੁਰੂ ਕਿਹੜੇ ਹਿਸਾਬ ਨਾਲ ਖੁਸ਼ ਹੋਣ, ਖੁਸ਼ੀ ਬਖਸ਼ਣੀ ਮਹਾਰਾਜ, ਖੁਸ਼ੀ ਲੈਣੀ ਮਹਾਰਾਜ। ਕਹਿੰਦੇ ਨੇ ਬਾਣੀ ਪੜ੍ਹਦਾ ਬੜੀ, ਸਿਮਰਨ ਕਰਦਾ ਭਾਈ ਹਰਪਾਲ।
ਐਨ ਰੰਗ ਚੜ ਗਿਆ ਨਾ ਜਦੋਂ ਮਹਾਰਾਜ ਦੇ ਚਰਨਾਂ ਦਾ ਸਿਮਰਨ ਕਰਕੇ ਬੰਦਗੀ ਕਰਕੇ ਆਨੰਦ ਆ ਗਿਆ। ਤੇ ਕਹਿੰਦੇ ਇੱਕ ਦਫਾ ਕੀ ਹੋਇਆ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣਾ ਵਿਚਾਰ ਬਣਾਇਆ, ਲਾਹੌਰ ਸੰਗਤਾਂ ਨੂੰ ਜਾਈਏ ਤੇ ਗੁਰੂ ਨਾਨਕ ਦੇ ਘਰ ਨਾਲ ਜੋੜ ਕੇ ਆਈਏ, ਉਪਦੇਸ਼ ਦੇ ਕੇ ਆਈਏ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਭਾਈ ਲਾਹੌਰ ਜਾਣਾ ਤੇ ਸੰਗਤਾਂ ਨੂੰ ਉੱਥੇ ਉਪਦੇਸ਼ ਗੁਰੂ ਨਾਨਕ ਦੇ ਘਰ ਦਾ ਦ੍ਰਿੜ ਕਰਾ ਕੇ ਆਉਣਾ ਹੈ। ਦੱਸੋ ਭਾਈ ਕਿੰਨੇ ਕਿੰਨੇ ਨਾਲ ਜਾਣਾ ਹੈ? ਸਾਰੀਆਂ ਸੰਗਤਾਂ ਤਿਆਰ ਹੋ ਗਈਆਂ, ਅਸੀਂ ਵੀ ਚੱਲਾਂਗੇ। ਮਹਾਰਾਜ ਤੁਹਾਡੇ ਨਾਲ ਜਾਣਾ ਹੈ ਅਸੀਂ। ਜਦੋਂ ਮਹਾਰਾਜ ਨੇ ਤਿਆਰੀ ਕੀਤੀ ਨਾ ਲਾਹੌਰ ਜਾਣ ਦੀ, ਤੇ ਭਾਈ ਹਰਪਾਲ ਆਇਆ। ਪਤਾ ਲੱਗਿਆ ਇਹਨੂੰ ਵੀ, ਸੁਣਿਆ, ਪਤਾ ਲੱਗਿਆ ਭਾਈ ਹਰਪਾਲ ਨੂੰ ਹੁਣ ਪਿਆਰ ਇੰਨਾ ਪੈ ਚੁੱਕਿਆ ਸੀ ਮਹਾਰਾਜ ਨਾਲ। ਸ਼ਾਮ ਸਵੇਰੇ ਦਰਸ਼ਨ ਕਰਦਾ, ਗੁਰੂ ਸਾਹਿਬ ਪਿਆਰ ਕਰਦੇ ਨੇ, ਦਰਸ਼ਨਾਂ ਤੋਂ ਬਿਨਾਂ ਰਹਿੰਦਾ ਨਾ ਸੀ। ਮਹਾਰਾਜ ਕਹਿੰਦੇ ਭਾਈ ਹਰਪਾਲ ਜੀ ਮਹਾਰਾਜ, ਕਹਿੰਦੇ ਅਸੀਂ ਚੱਲੇ ਆ ਲਾਹੌਰ। ਕਹਿੰਦੇ ਤੂੰ ਐ ਕਰ, ਇੱਥੇ ਹੀ ਰਹਿ ਕੇ ਸੇਵਾ ਕਰ, ਸੰਗਤਾਂ ਨੂੰ ਨਾਮ ਜਪਾਇਆ ਕਰ, ਆਪ ਜਪਿਆ ਕਰ, ਅਸੀਂ ਉਪਦੇਸ਼ ਦੇਣ ਚੱਲੇ ਆ ਤੇ ਫੇਰ ਇੱਥੇ ਹੀ ਆ ਜਾਾਂਗੇ ਥੋੜੇ ਸਮੇਂ ਤੱਕ। ਕਹਿੰਦਾ ਸਤਿਵਚਨ ਮਹਾਰਾਜ। ਇੰਨੀ ਗੱਲ ਕਹਿ ਕੇ ਚਲਿਆ ਗਿਆ। ਸੁਣਿਓ, ਮਹਾਰਾਜ ਨੂੰ ਸਤਿਵਚਨ ਕਹਿ ਕੇ ਚਲਿਆ ਤੇ ਗਿਆ। ਤੇ ਜਾਂਦਾ ਜਾਂਦਾ ਪਤਾ ਕੀ ਸੋਚਦਾ ਹੈ? ਕਹਿੰਦਾ ਮਹਾਰਾਜ ਆਪ ਤੇ ਚਲੇ ਜਾਣਗੇ, ਮੈਂ ਤੇ ਮਹਾਰਾਜ ਦੇ ਦਰਸ਼ਨਾਂ ਬਿਨਾਂ ਪਾਣੀ ਦਾ ਘੁੱਟ ਨਹੀਂ ਪੀਂਦਾ। ਸਵੇਰੇ ਦਰਸ਼ਨ, ਸ਼ਾਮੀ ਦਰਸ਼ਨ, ਮਹਾਰਾਜ ਪਿਆਰ ਇੰਨਾ ਕਰਦੇ ਨੇ। ਕਹਿੰਦਾ ਆਪ ਤੇ ਚਲੇ ਜਾਣਗੇ, ਮੈਨੂੰ ਕਹਿੰਦੇ ਸਾਰੇ। ਸਾਧ ਸੰਗਤ ਜੀ, ਜਿੰਦੇ ਨਾਲ ਸਾਡਾ ਪਿਆਰ ਹੋਵੇ ਨਾ, ਇੱਕ ਦਿਨ ਕੱਟਣਾ ਔਖਾ ਹੋ ਜਾਂਦਾ ਹੈ। ਜਿੱਥੇ ਪ੍ਰੇਮ ਹੋਵੇ, ਪਿਆਰ ਹੋਵੇ, ਕਹਿੰਦਾ ਮਹਾਰਾਜ ਮੈਂ ਨਹੀਂ ਰਹਿ ਸਕਦਾ ਤੁਹਾਡੇ ਬਿਨਾਂ। ਚਲਿਆ ਗਿਆ ਮਹਾਰਾਜ ਕੋਲ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਲੈ ਕੇ ਆਇਆ। ਮਹਾਰਾਜ ਕਹਿੰਦੇ ਬੋਲ ਭਾਈ। ਕਹਿੰਦਾ ਮਹਾਰਾਜ ਤੁਹਾਡਾ ਹੁਕਮ ਸਿਰ ਮੱਥੇ ਇੱਥੇ ਰਹਿਣ ਦਾ, ਤੁਸੀਂ ਕਿਹਾ ਵੀ ਇੱਥੇ ਰਹਿ ਕੇ ਸੇਵਾ ਕਰ। ਕਹਿੰਦਾ ਮਹਾਰਾਜ ਤੁਹਾਡੇ ਚਰਨਾਂ 'ਚ ਬੇਨਤੀ ਏ, ਮੇਰਾ ਤੁਹਾਡੇ ਤੋਂ ਬਿਨਾਂ ਦਿਲ ਨਹੀਂ ਜੇ ਲੱਗਣਾ, ਮੈਨੂੰ ਨਾਲ ਹੀ ਲੈ ਚੱਲੋ। ਲਾਹੌਰ ਜਾਣਾ, ਕਿਰਪਾ ਕਰ ਦਿਓ ਮੈਂ ਵੀ ਤੁਹਾਡੇ ਨਾਲ ਚੱਲਾਂ। ਸਤਿਗੁਰੂ ਕਹਿੰਦੇ ਨਾਲ ਜਾਣਾ ਜੀ ਮਹਾਰਾਜ, ਨਾਲ ਲੈ ਚੱਲੋ ਮਹਾਰਾਜ। ਮਹਾਰਾਜ ਕਹਿੰਦੇ ਚੱਲ ਪੈ। ਸਤਿਗੁਰੂ ਜੀ ਨੇ ਆਗਿਆ ਦੇਤੀ ਤੇ ਖੁਸ਼ ਹੋ ਗਿਆ ਭਾਈ ਹਰਪਾਲ। ਹੁਣ ਜਾਣ ਦੀ ਤਿਆਰੀ ਹੋਈ, ਨਾਲ ਸੰਗਤਾਂ ਬੜੀਆਂ ਨੇ ਪਿਆਰ ਵਾਲੀਆਂ। ਭਾਈ ਹਰਪਾਲ ਨਾਲ ਮਹਾਰਾਜ ਦੇ, ਮਹਾਰਾਜ ਘੋੜੇ ਤੇ ਸਵਾਰ ਹੋਏ ਤੁਰੇ ਜਾਂਦੇ ਨੇ। ਨਾਲ ਨਾਲ ਭਾਈ ਹਰਪਾਲ ਮਹਾਰਾਜ ਦਾ ਸਿੱਖ ਗੁਰੂ ਗੁਰੂ ਜਪਦਾ ਤੁਰਿਆ ਜਾਂਦਾ ਹੈ। ਗੁਰੂ ਗੁਰੂ ਜਪਦਾ ਐਦਾਂ ਨਾਲ ਤੁਰਿਆ ਜਾਂਦਾ ਹੈ। ਤੇ ਕਹਿੰਦੇ ਜਦੋਂ ਲਾਹੌਰ ਮਹਾਰਾਜ ਜਾ ਰਹੇ ਨੇ ਨਾ, ਲਾਹੌਰ ਸ਼ਹਿਰ 'ਚ ਪਹੁੰਚੇ, ਇੱਕ ਬਾਜ਼ਾਰ ਦੇ ਵਿੱਚੋਂ ਦੀ ਲੰਘਣ ਲੱਗੇ ਮਹਾਰਾਜ। ਬਾਜ਼ਾਰ ਹੈ, ਬਾਜ਼ਾਰ ਦੇ ਵਿੱਚੋਂ ਦੀ ਲੰਘਣ ਲੱਗੇ। ਇੱਕ ਸੇਠ ਦੀ ਦੁਕਾਨ ਦਿਖੀ। ਕਹਿੰਦੇ ਉਹ ਸੇਠ ਨੇ ਤੋਤਾ ਰੱਖਿਆ ਹੋਇਆ ਬੜਾ ਪਿਆਰਾ। ਦੁਕਾਨ ਦਿਖੀ ਤੇ ਸੇਠ ਨੇ ਤੋਤਾ ਰੱਖਿਆ। ਉਹ ਜਦੋਂ ਵੀ ਕੋਈ ਲੰਘਦਾ ਹੈ ਤੋਤਾ ਰਾਮ ਰਾਮ ਕਰਦਾ, ਰੱਬ ਦਾ ਨਾਮ ਉਚਾਰਦਾ ਹੈ। ਉਹਦੀ ਦੁਕਾਨ ਅੱਗੋਂ ਸੇਠ ਦੀ। ਹੁਣ ਜਦੋਂ ਤੋਤਾ ਬੋਲਦਾ ਤੇ ਗਾਹਕ ਆ ਜਾਂਦੇ ਨੇ ਆਪਣੇ ਆਪ। ਜਿਹੜਾ ਲੰਘਦਾ ਤੋਤਾ ਰਾਮ ਰਾਮ ਕਵੇ, ਜਿਹੜਾ ਲੰਘਦਾ ਰਾਮ ਰਾਮ ਕਵੇ। ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨਿਕਲਣ ਲੱਗੇ, ਉਵੇਂ ਉਹ ਸਿਖਾਇਆ ਹੋਇਆ ਸੀ। ਮਹਾਰਾਜ ਨੂੰ ਵੇਖ ਕੇ ਕਹਿੰਦਾ ਰਾਮ ਰਾਮ। ਹੋਰ ਅੱਗੇ ਸਿੱਖ ਲੰਘੇ, ਰਾਮ ਰਾਮ। ਮਹਾਰਾਜ ਵੇਖ ਕੇ ਤੋਤੇ ਨੂੰ ਇੱਕਦਮ ਰੁਕ ਗਏ। ਕਹਿੰਦੇ ਆ ਐਡਾ ਪਿਆਰਾ ਜਾਨਵਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਐਡਾ ਪਿਆਰਾ ਜਾਨਵਰ। ਸਾਧ ਸੰਗਤ ਜੀ ਕਹਿੰਦੇ ਐਡਾ ਅੱਜ ਦੇ ਸਮੇਂ 'ਚ ਬੰਦੇ ਨਾਮ ਨਹੀਂ ਜਪਦੇ, ਮਨੁੱਖ ਨਾਮ ਨਹੀਂ ਜਪਦੇ, ਮਨੁੱਖ ਨਾਮ ਨਹੀਂ ਜਪਦੇ, ਬੰਦੇ ਨਾਮ ਨਹੀਂ ਜਪਦੇ। ਐਡਾ ਪਿਆਰਾ ਜਾਨਵਰ ਮਾਰੇ ਕਹਿੰਦੇ ਰਾਮ ਰਾਮ ਕਰਦਾ। ਸਾਧ ਸੰਗਤ ਜੀ ਉਸ ਵੇਲੇ ਕਹਿੰਦੇ ਇਹ ਰਾਮ ਰਾਮ ਕਰ ਰਿਹਾ। ਕਮਾਲ ਦੀ ਗੱਲ ਹੈ। ਗੁਰਮੁਖੋ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸੇਠ ਜੀ ਇਹ ਫਿਰ ਛੋਟਾ ਜਿਹਾ ਹੁੰਦਾ ਪਾਲਿਆ? ਕਹਿੰਦੇ ਹਾਂ ਮਹਾਰਾਜ। ਸਤਿਗੁਰੂ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਉੱਥੇ ਵੇਖ ਕੇ ਤੋਤੇ ਨੂੰ ਅੱਗੇ ਲੰਘ ਗਏ, ਤੁਰੇ ਜਾਂਦੇ ਨੇ। ਜਦੋਂ ਤੋਤੇ ਨੂੰ ਵੇਖ ਕੇ ਮਹਾਰਾਜ ਅੱਗੇ ਲੰਘੇ, ਖੁਸ਼ ਹੋ ਗਏ। ਭਾਈ ਹਰਪਾਲ ਮਹਾਰਾਜ ਦੇ ਨਾਲ ਸੀ। ਸੁਣਿਓ, ਭਾਈ ਹਰਪਾਲ ਮਹਾਰਾਜ ਦੇ ਨਾਲ ਇਹ ਪਤਾ ਲੱਗ ਗਿਆ ਮੇਰੇ ਗੁਰੂ ਨੂੰ ਤੋਤਾ ਪਸੰਦ ਆ ਗਿਆ। ਕਹਿੰਦੇ ਮਾਰੇ ਖੁਸ਼ ਬੜੇ ਹੋਏ ਨੇ, ਪਤਾ ਲੱਗ ਗਿਆ ਮਹਾਰਾਜ ਨੂੰ ਤੋਤਾ ਪਸੰਦ ਆ ਗਿਆ। ਕਹਿੰਦੇ ਉਸ ਵੇਲੇ ਹੱਥ ਜੋੜੇ ਭਾਈ ਹਰਪਾਲ ਨੇ। ਗੁਰੂ ਸਾਹਿਬ ਅੱਗੇ ਲੰਘੇ ਤੇ ਇਕੱਲਾ ਹੀ ਖੜਾ ਰਹਿ ਗਿਆ ਉੱਥੇ। ਸੇਠ ਦੀ ਦੁਕਾਨ ਤੇ ਖੜ ਗਿਆ, ਸੰਗਤ ਲੰਘੀ, ਮਹਾਰਾਜ ਲੰਘੇ, ਦੁਕਾਨ ਦੇ ਅੰਦਰ ਚਲਿਆ ਗਿਆ। ਸੇਠ ਨੂੰ ਪਤਾ ਕੀ ਕਹਿੰਦਾ ਜਾ ਕੇ? ਕਹਿੰਦਾ ਸੇਠ ਜੀ ਤੋਤਾ ਵੇਚਣਾ? ਭਾਈ ਹਰਪਾਲ ਪੁੱਛਦਾ, ਸੇਠ ਜੀ ਤੋਤਾ ਵੇਚਣਾ ਤੁਸੀਂ? ਉਹ ਕਹਿੰਦਾ ਨਾ, ਮੈਂ ਤੇ ਵੇਚਣਾ ਹੀ ਨਹੀਂ। ਕਹਿੰਦਾ ਗੱਲ ਇਹ ਵੇ ਸੇਠ ਜੀ, ਮੇਰੇ ਮਹਾਰਾਜ ਨੂੰ ਤੋਤਾ ਪਸੰਦ ਆ ਗਿਆ। ਸਤਿਗੁਰੂ ਖੜੇ ਸੀ, ਮੀਰੀ ਪੀਰੀ ਦੇ ਮਾਲਕ। ਮਹਾਰਾਜ ਨੂੰ ਤੋਤਾ ਪਸੰਦ ਆ ਗਿਆ ਤੇ ਮੈਂ ਤੋਤਾ ਖਰੀਦਣ ਆਇਆ। ਸੁਣਿਆ, ਤੋਤਾ ਰਾਮ ਰਾਮ ਕਰਦਾ, ਤੋਤਾ ਖਰੀਦਣ ਵਾਸਤੇ ਆਇਆ। ਮੈਨੂੰ ਇਹ ਦੱਸ ਵੀ ਇਹਦੀ ਕੀਮਤ ਕੀ ਹੈ, ਮੁੱਲ ਕੀ ਹੈ, ਦੱਸ ਕੀ ਮੁੱਲ ਹੈ? ਸੇਠ ਪਤਾ ਹੀ ਕਹਿੰਦਾ, ਕਹਿੰਦਾ ਛੋਟਾ ਜਿਹਾ ਹੁੰਦਾ ਪਾਲਿਆ, ਹੁਣ ਜਦੋਂ ਕਹਿੰਦਾ ਇਹ ਤੋਤਾ ਬੋਲਣ ਲੱਗ ਪਿਆ, ਇਹਨੂੰ ਚੂਰੀਆਂ ਖਵਾਈਆਂ, ਛੋਟੇ ਜਿਹੇ ਤੋਤੇ ਨੂੰ ਚੂਰੀਆਂ ਖਵਾਈਆਂ, ਛੋਟਾ ਜਿਹਾ ਹੁੰਦਾ ਪਾਲਿਆ, ਕਹਿੰਦਾ ਹੁਣ ਬੋਲਣ ਲੱਗ ਗਿਆ, ਤੂੰ ਲੈਣ ਆ ਗਿਆ। ਕਹਿੰਦਾ ਅਸੀਂ ਵੇਚਣਾ ਹੀ ਨਹੀਂ ਤੋਤਾ, ਸਾਨੂੰ ਲੋੜ ਹੀ ਨਹੀਂ। ਉਸ ਵੇਲੇ ਸਾਧ ਸੰਗਤ ਜੀ ਸੇਠ ਨੇ ਨਾ ਕਰਤੀ, ਕਹਿੰਦਾ ਮੈਂ ਤੋਤਾ ਨਹੀਂ ਦੇਣਾ। ਸਾਧ ਸੰਗਤ ਭਾਈ ਹਰਪਾਲ ਕਹਿੰਦਾ ਗੱਲ ਸੇਠ ਜੀ ਐ ਵੀ ਮੇਰੇ ਮਹਾਰਾਜ ਨੂੰ ਪਸੰਦ ਆਇਆ, ਸਤਿਗੁਰੂ ਨੂੰ, ਮੈਂ ਮਹਾਰਾਜ ਦੀ ਖੁਸ਼ੀ ਲੈਣੀ ਹੈ ਤੇ ਖੁਸ਼ੀ ਮੈਨੂੰ ਮਿਲੇਗੀ। ਮਹਾਰਾਜ ਨੂੰ ਆ ਤੋਤਾ ਮੈਂ ਲੈ ਕੇ ਜਾਣਾ ਸਤਿਗੁਰੂ ਦੇ ਮੈਨੂੰ ਤੋਤਾ। ਉਹ ਨਾ ਜਵਾਬ ਦੇਈ ਜਾਂਦਾ। ਸੁਣਿਆ, ਕਹਿੰਦਾ ਤੋਤਾ ਜੇ ਤੂੰ ਲੈਣ ਆਇਆ ਹੈ ਨਾ, ਸੇਠ ਕਹਿੰਦਾ ਮੈਂ ਵੇਚਣ ਵਾਸਤੇ ਨਹੀਂ ਪਾਲਿਆ ਇਹ ਤੋਤਾ, ਮੈਂ ਵੇਚਣ ਵਾਸਤੇ ਨਹੀਂ ਪਾਲਿਆ ਇਹ ਤੋਤਾ, ਮੈਂ ਆਪਣੇ ਘਰ ਰੱਖਣ ਵਾਸਤੇ ਪਾਲਿਆ। ਸਾਧ ਸੰਗਤ ਜੀ ਉਸ ਵੇਲੇ ਸੇਠ ਕਹਿੰਦਾ ਪਹਿਲੀ ਤੇ ਗੱਲ ਮੈਂ ਤੋਤਾ ਵੇਚਣਾ ਹੀ ਨਹੀਂ, ਜਵਾਬ ਹੀ ਦੇਤਾ। ਜਦੋਂ ਭਾਈ ਹਰਪਾਲ ਖਹਿੜੇ ਪੈ ਗਿਆ, ਭਾਈ ਹਰਪਾਲ ਜਦੋਂ ਖਹਿੜੇ ਪੈ ਗਿਆ, ਬਸ ਫਿਰ ਇੱਕੋ ਗੱਲ ਕਹਿੰਦਾ, ਕਹਿੰਦਾ ਜੇ ਤੂੰ ਤੋਤਾ ਲੈਣਾ ਹੀ ਹੈ ਨਾ, ਜੇ ਤੂੰ ਇਹ ਚਾਹੁੰਦਾ ਵੀ ਮੈਨੂੰ ਤੋਤਾ ਮਿਲ ਜਾਏ, ਕਹਿੰਦਾ ਗੱਲ ਸੁਣ ਫਿਰ, ਇਸ ਤੋਤੇ ਦੀ ਕੀਮਤ ਜ਼ਿਆਦਾ, ਕਹਿੰਦਾ ਹੈ ਪਤਾ ਕਿੱਡਾ ਮਹਿੰਗਾ, ਵੇਚਣਾ ਤੇ ਨਹੀਂ ਸੀ, ਪਰ ਜੇ ਤੂੰ ਕਹਿੰਦਾ ਵੇਚ ਦੇ, ਕਹਿੰਦਾ ਹੈ ਬੜਾ ਮਹਿੰਗਾ। ਇਸ ਤੋਤੇ ਦੀ ਕੀਮਤ ਜ਼ਿਆਦਾ, ਜਾਣੀ ਨਾ ਚੁਕਾਈ, 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 ਇਸ ਤੋਤੇ ਦੀ ਕੀਮਤ ਜ਼ਿਆਦਾ, ਜਾਣੀ ਨਾ। ਬੋਲੋ ਸੰਗਤਾਂ, ਇਸ ਤੋਤੇ ਦੀ ਕੀਮਤ ਜ਼ਿਆਦਾ, ਇਸ ਤੋਤੇ ਦੀ ਕੀਮਤ ਜ਼ਿਆਦਾ, ਜਾਣੀ ਨਾ ਚੁਕਾਈ। ਉਹ ਭਾਈ ਹਰਪਾਲ ਪੁੱਛਦਾ, ਕਹਿੰਦਾ ਕਿੰਨੀ ਕੁ ਕੀਮਤ?
की कीमत लेगा? माया ले लेगा, गहने ले लेगा, दस। कहना मेरे गुरु नू तोता पसंद आया है, मैं लैके जाना है। गल सुन लै सेठ जी, ओ मंग ले जो कुछ तेरी मर्जी, सिर भी हाजिर भाई। मंग ले जो कुछ तेरी मर्जी, सिर भी हाजिर भाई। ओ मंग ले जो कुछ तेरी मर्जी, फिर भी हाजिर भाई। ओ मंग ले जो कुछ तेरी मर्जी, फिर भी हाजिर भाई। हाँ मंग ले जो कुछ तेरी मर्जी, फिर भी हाजिर भाई। ओ मंग ले जो कुछ तेरी मर्जी, फिर भी हाजिर भाई। इस तोते दी कीमत ज्यादा, जानी ना चुकाई। इस तोते दी कीमत ज्यादा, जानी ना चुकाई। इस तोते दी कीमत ज्यादा, जानी ना चुकाई। इस तोते दी कीमत ज्यादा, हाँ इस तोते दी कीमत ज्यादा, जानी ना चुकाई। इस तोते दी कीमत ज्यादा, जानी ना चुकाई। इस तोते दी कीमत बड़ी है, चुकाई नहीं जानी। उस वेले हथ जोड़े, कहंदा जो मर्जी मंग लै। सार संगत जी सेठ पता ही कहंदा, कहंदा गल सुनो, उन्होंने पता सी गुरु के सिख कमले होंदे ने, गुरु तो अपना तन मन सब कुछ वार दिंदे ने। सेठ कहंदा जे तू तोते वाला पिंजरा लेना है, तेरे गुरु नू पसंद आ गया है। एडा हंकारिया होया सेठ, वो कहंदा मेरी हवेली है बड़ी वड्डी, घर बड़ा वड्डा है, मेरे घर वाली है कल्ली। कहंदा साडे घर विच कोई नौकरानी नहीं है। जे तेरे घर विच कोई तेरी भैन है ना, ओनू लैके आ, सारी जिंदगी बिना तनख्वाह तो आ इत्थे साडे घर विच नौकरानी बन के काम करे, फिर तोते वाला पिंजरा देंगा। आखो सतनाम श्री वाहेगुरु। एडी वड्डी परख, फिर पिंजरा देंगा। सार संगत जी एकदम शरनाटा छा गया। कहंदा एडी वड्डी मंग, तोता जानवर ही एक, अपनी भैन नू लिया नौकरानी बन के काम करे, फिर देंगा पिंजरा। साध संगत जी गुरु के सिख ने मथे वट नहीं पाया, कहना मैं अपने गुरु नू खुश करना है, भज्जिया जांदा है। कहंदा सेठ जी दुकान बंद ना करियो, हुणे आया मैं। अपने घर गया ते जाके अपनी मां दी वेड़े च बैठी अपनी मां नू कहना माता बोल पुत। माता महाराज दियां खुशियां लैणियां, महाराज लंघे जांदे सी, मेरे सतगुरु नू तोता पसंद आ गया, राम राम करदा। मंगिया नहीं महाराज ने, माता राम राम करदा है, तोता पसंद आ गया है। माता मेरा दिल करदा मैं सतगुरु नू तोता लैके देवां। मां कहंदी पुत्र ले लेना सी। माया गहने जो चाहिए दस, की कीमत है? कहना माता कीमत बड़ी वड्डी, माया च कीमत नहीं, तोते दा मुੱਲ बड़ा है। सारी विथया दसी भी सेठ कहंदा घर च नौकरानी बन के तेरी भैन काम करे। उस वेले ना मां ने कहा भी पुत्रा तेरी अगे भैन बैठी, पुछ लै जाके। अपनी भैन नूं जाके कहंदा भैणे गुरु साहब नूं तोता पसंद आया, तेनू लैण वास्ते आया, कोई तनख्वाह नहीं, कोई रुपया नहीं, सारी जिंदगी नौकरानी बन के काम करना पैना है, तोते वाला पिंजरा फिर मिलेगा, मैं अपने महाराज नूं तोता देना। ते सार संगत जी धन सन ऐसे गुरु के सिख, भैन ने चप्पल नहीं पाई, जोड़ा नहीं पाया पैरों च, वीरा चल चली, दस किधर जाना, चल चलीए। पैरों च जोड़ा नहीं पाया, अपनी भैन का हाथ फड़िया ते सार संगत जी अज तोते वाले पिंजरे वास्ते भज्जिया जाता। जाके सेठ नूं कहंदा सेठ जी आ लो मैं अपनी भैन लै आया,
नौकरानी बन के काम करेगी सारी जिंदगी। ले छेती दे, मैं अपने सतगुरु नूं तोता लेके जाऊंगा। फड़ा पिंजरा। सेठ ते हंकार गया। सेठ कहंदा गल सुन, एक भैन नहीं, कहंदा तोते दी कीमत होर वध गई। मैं ते वेचना ही नहीं सी, कहंदा तू मनाया मैनू वेचण नूं। भाई हरपाल कहंदा जेड़े जेड़े बंदे ने अपनी भैन ही नौकर बनाती तेरे घर च, वो कहंदा मगर की रह गया, पिछे की रह गया, हुण होर कीमत की है। कहना मेरा घर वड्डा, हवेली वड्डी, तेरी कली भैन तो कम नहीं होना। नौकरानियां दो चाहिदियां ने, आखो सतनाम श्री वाहेगुरु। नौकरानियां दो चाहिदियां। जे तेरे घर विच कोई धी है ना, ओनू भी लेके वो भी नौकरानी रवे। सार संगत जी, लाला कसवटियां परखदा है, रब परखदे भगतां प्यारियां नूं। हो किते जग विच उबाल देवे, किथे चलाउंदा सिरां ते आरियां नूं। बड़ी तगड़ी परख पै गई। भैन ते लियांदी, कहंदा धी भी लेके आ। साध संगत जी, भाई हरपाल कहंदा रुक जा इत्थे हुण। अपने घर गया, अपनी धी नूं कहंदा धीए परख दा समय, खुशियां लैणियां महाराज दियां। दसो पिता जी, हुक्म करो। धीए महाराज नूं तोता पसंद आ गया, मैं लेना है। ते सेठ दे घर च एक मेरी भैन, तू मेरी धी, दोवें जणियां नौकर बन के काम करियो। वो सेठ पिंजरा तां देंदा है। साध संगत जी, मत्थे वट नहीं पाया। धी आखण लगी पिता जी इदों वधिया मेरे वास्ते होर की हो सकदा। मेरी जिंद, मेरी जिंदगी महाराज दे लेखे लग रही है, गुरु हरगोबिंद साहब महाराज दे। चलो पिता जी। अपनी धी दा हाथ फड़िया, जदों तुरन लग्या ना, हाहा मार के रोण लग पिया। जदों रोण लग्या ते पिता जी की गल, तुसी ते सिखो महाराज दे, आपां ते खुशियां लैणियां, रोण क्यों लग गए? इन्हां धीए, हर एक पिता अपनी धी नूं अपने घरों बड़े चावां नाल तोरदा है, बड़े लाडां नाल तोरदा है। पर मैं अज अपनी धी नूं नंगे पैरी, अपनी धी नूं कोई दहेज नहीं, कोई दाज नहीं, कोई वरी नहीं, अपनी धी नूं तिन्हां कपड़ियां च नौकरानी रखण चलिया। सार संगत कहंदी पिता जी कोई गल नहीं, इको गल बोलदी है, लग जे गुरां दे लेखे जिंद मेरी लग जे दी, लग जे गुरां दे लेखे जिंद मेरी लग जे दी, लग जे गुरां दे लेखे जिंद मेरी लग जे दी, लग जे गुरां दे लेखे जिंद मेरी लग जे, लग जे गुरां दे लेखे जिंद मेरी लग जेगी, लग जे गुरां दे लेखे जिंद मेरी लग जेगी, लग जे गुरां दे लेखे जिंद मेरी लग जे, लग जे गुरां दे लेखे जिंद मेरी लग जे दी, लग जे गुरां दे लेखे जिंद मेरी लग जेगी, लग जे गुरां दे लेखे जिंद मेरी लग जे।
पिता जी कहती रोवो ना, धी हौसला देंदी रोवो ना। साध संगत जी पिता जी रोंदे क्यों? एक दिन ब्याह के भी ते जाना ही सी। अज महाराज दे लेखे लगन लगी जिंदगी। हो कणका पक्कियां सांभ लियां मालका ने, बल्ली किसे पासे ते बल्ली किसे पासे, की जोर है निमानियां तियां दा, जम्मी किसे पासे ते चली किसे पासे। रोई जाता है भाई हरपाल। उनकी धी आखन लगी पिता जी रोवो ना, कोई गल नहीं, धन तां बगाना हुंदियां, ओ हस हस तोर बावला, धियां धन ने बगाना हुंदियां, हस हस तोर बावला, धियां धन ते बगाना हुंदियां, हस हस तोर बावला, धियां धन ने बगाना हुंदियां, ओ हस हस धियां धन ते बगाना हुंदियां, ओ हस हस तोर बावला, धियां धन ते बगाना हुंदियां, ओ हस हस तोर बावला। कोई गल नहीं पिता जी, हथ जुड़ गए। तुरिया जाता है अपनी धी नूं लैके। जदों पहुंचिया ना सेठ जी फड़ा तोते वाला पिंजरा, अपनियां दोवें धीआं नूं नौकर बनाया, भैन नूं ते धी नूं गुरु पिछे नौकर बनाया। लिया बई तोते वाला पिंजरा फड़िया। सेठ ने साध संगत जी उन्हें पिंजरा फड़ा महाराज वास्ते लैके। लंघदा है राम राम करदा है, मारदा होया लाहौर। बड़ा संगत दा काठे च मत्था टेकदा है। कहना जदों महाराज नूं वेखदा है तोता जी गरीब नवाज जिंदगी है। महाराज जी घट घट के कहते तोता एडा सोहना तोता दे के की आया, किन्ने दा लियांदा है मुल। हाथ जोड़ के पता ही कहता है कि ना महाराज जी मैं गरीब की देण जोगा, जो दिता है तुसी दिता है महाराज, जो मैं नहीं दिता कुछ भी नहीं। नहीं भाई हरपाल दस इनकी कीमत की अदा की झुका के आया है, कीमत की दिती? कहना महाराज दिता ही कख नहीं, कुछ भी नहीं दिता, एडी वड्डी कुर्बानी करके आया है, अपनी धी अपनी भैन नौकरानी बना के आया है। महाराज पुछी जाते हाथी जो साडे वर्गा 500 रुपया देंदा है, कहना जी स्पैशल सरोपा दे नाले नाम बोलियो भी फलाना एक थां ते असीं दीवान लाउण गए, उत्थे लिस्ट उन्होंने कड्डी, फलाना सिंह 20 रुपये, फलाना सिंह 10 रुपये। मैं 10 फिर भी नाम बुलाउंदे ने लोग। तुहाडे दित्ते जो की देना है?
ਦੋਵੇਂ ਧੀਆਂ ਨੂੰ ਵਾਲੀ ਸੀ ਸਿਆਣੀ ਵਿਹੜੇ 'ਚ ਬੈਠੀ ਕਹਿੰਦਾ ਤੇਰੇ ਵਾਸਤੇ ਮੈਂ ਦੋ ਰਾਣੀਆਂ ਕਹਿੰਦਾ ਲੋੜ ਨਹੀਂ ਸਾਰੀ ਦਿਹਾੜੀ ਕੰਮ ਕਰਨਗੀਆਂ ਕੋਈ ਤਨਖਾਹ ਨਹੀਂ ਕੋਈ ਪੈਸਾ ਨਹੀਂ ਉਹ ਕਹਿੰਦੀ ਇਹ ਕਿੱਥੋਂ ਲੈ ਆਇਆ ਕਹਿੰਦਾ ਭਗਵਾਨ ਨੇ ਜਿਹੜਾ ਤੋਤਾ ਨਹੀਂ ਸੀ ਰੱਖਿਆ ਛੋਟਾ ਉਹ ਜਿਹੜਾ ਤੋਤਾ ਰੱਖਿਆ ਸੀ ਕਹਿੰਦਾ ਕੋਈ ਗੁਰੂ ਲੰਘਿਆ ਜਾਂਦਾ ਸੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਦੇ ਲੱਗਿਆ ਆਪਣੇ ਘਰ ਵਾਲੀ ਨੂੰ ਕਹਿੰਦਾ ਗੁਰੂ ਕੇ ਸਿੱਖ ਕਮਲੇ ਹੁੰਦੇ ਨੇ ਆਪਣੇ ਗੁਰੂ ਤੋਂ ਤਨ ਮਨ ਸਾਰਾ ਕੁਝ ਹੀ ਵਾਰ ਦਿੰਦੇ ਨੇ ਆ ਦੇਣੀ ਪਵੇ ਕਹਿੰਦਾ ਮੈਂ ਤੋਤਾ ਦੇਤਾ ਵੇਚਤਾ ਮੇਰੇ ਘਰ ਨੌਕਰਾਣੀਆਂ ਬਣਾ ਕੇ ਰੱਖ ਜਾ ਕਹਿੰਦਾ ਤਾਂ ਇਹਨਾਂ ਨੂੰ ਲੈ ਕੇ ਆਇਆ ਗੁਰੂ ਸਾਹਿਬ ਨੂੰ ਤੋਤਾ ਪਸੰਦ ਆਇਆ ਸੇਠ ਦੇ ਘਰ ਵਾਲੀ ਸਿਆਣੀ ਸੀ ਜਦੋਂ ਇੰਨੀ ਗੱਲ ਸੁਣੀ ਪੈਰਾਂ ਥੱਲੋਂ ਜ਼ਮੀਨ ਨਿਕਲ ਕਹਿੰਦੀ ਉਹ ਪਾਪੀਆ ਨਿੱਕਾ ਜਿਹਾ ਜਾਨਵਰ ਆ ਦੋ ਜਾਨਾਂ ਇੱਕ ਹੁੰਦੀ ਧੀ ਠੀਕ ਹੈ ਗੁਰੂ ਕੇ ਸਿੱਖ ਕਮਲੇ ਹੁੰਦੇ ਨੇ ਆਪਣੇ ਗੁਰੂ ਤੋਂ ਸਾਰਾ ਤਨ ਮਨ ਧਨ ਸਭ ਕੁਝ ਵਾਰ ਦਿੰਦੇ ਨੇ ਪਰ ਗੱਲ ਸੁਣ ਵੇ ਪਾਪੀਆ ਐਡਾ ਪਾਪ ਕਮਾਇਆ ਕਿਹੜੇ ਥਾਂ ਭਲਾ ਹੋਏਗਾ ਕਿੱਥੇ ਭਲਾ ਹੋਏਗਾ ਬੜਾ ਵੱਡਾ ਮੈਨੂੰ ਕਿਸੇ ਨੌਕਰਾਨੀ ਦੀ ਲੋੜ ਨਹੀਂ ਇਹ ਮੇਰੀਆਂ ਧੀਆਂ ਨੇ ਚੱਲ ਮਹਾਰਾਜ ਦੇ ਚਰਨਾਂ 'ਚ ਹੁਣੇ ਲੈ ਕੇ ਸੇਠ ਜੀ ਤੇਰੀ ਮੱਤ ਤੇ ਪੜਦਾ ਪੈ ਗਿਆ ਜੇ ਸਤਿਗੁਰੂ ਨੂੰ ਤੋਤਾ ਪਸੰਦ ਆ ਗਿਆ ਸੀ ਉਦਾਂ ਹੀ ਦੇ ਦਿੰਦਾ ਨਾਲ ਲਿਆ ਸੇਠ ਨੂੰ ਸੁਣਿਓ ਨਾਲ ਉਹਨਾਂ ਬੱਚੀਆਂ ਨੂੰ ਸੇਠ ਨੂੰ ਨਾਲ ਬੱਚੀਆਂ ਨੂੰ ਲਿਆ ਭਾਈ ਹਰਪਾਲ ਨੂੰ ਮਹਾਰਾਜ ਉਧਰ ਪਹੁੰਚ ਗਈਆਂ ਉਹ ਬੱਚੀਆਂ ਵੀ ਉਹਦੀਆਂ ਧੀਆਂ ਸੇਠ ਪਹੁੰਚਿਆ ਉਹਦੇ ਘਰ ਵਾਲੀ ਮਹਾਰਾਜ ਪੁੱਛਦੇ ਨੇ ਭਾਈ ਹਰਪਾਲ ਨੂੰ ਕਹਿੰਦੇ ਲਿਆ ਕੀ ਦੱਸ ਬਈ ਕੀ ਲਿਆ ਕੀਮਤ ਕੀ ਦੇ ਕੇ ਆਇਆ ਕਿੰਨੀ ਮਾਇਆ ਦਿੱਤੀ ਭਾਈ ਹਰਪਾਲ ਹੱਥ ਜੋੜੀ ਜਾਂਦਾ ਕਹਿੰਦਾ ਮਹਾਰਾਜ ਮੈਂ ਨਹੀਂ ਕੁਝ ਵੀ ਦਿੱਤਾ ਜੋ ਦਿੱਤਾ ਤੁਸਾਂ ਦਿੱਤਾ ਹੈ ਕਹਿੰਦੇ ਪਿੱਛੋਂ ਸੇਠ ਦੇ ਘਰ ਵਾਲੀ ਆ ਕੇ ਬੋਲਦੀ ਮਹਾਰਾਜ ਭਾਈ ਹਰਪਾਲ ਨਹੀਂ ਬੋਲੇਗਾ ਸੱਚੇ ਪਾਤਸ਼ਾਹ ਜਿਹੜੀ ਕੀਮਤ ਭਾਈ ਹਰਪਾਲ ਇਸ ਤੋਤੇ ਦੀ ਦੇ ਕੇ ਆਇਆ ਹੈ ਮਹਾਰਾਜ ਮੇਰੇ ਖਿਆਲ 'ਚ ਅੱਜ ਤੱਕ ਦੁਨੀਆ ਤੇ ਦਿੱਤੀ ਨਹੀਂ ਹੋਣੀ ਕਿਸੇ ਭਾਈ ਤੂੰ ਕੌਣ ਹੈ ਮਹਾਰਾਜ ਮੈਂ ਆ ਸੇਠ ਦੇ ਘਰ ਵਾਲੀ ਇਹਦੀ ਮੱਤ ਤੇ ਪੜਦਾ ਪੈ ਗਿਆ ਮਹਾਰਾਜ ਤੁਹਾਨੂੰ ਤੋਤਾ ਪਸੰਦ ਆਇਆ ਭਾਈ ਹਰਪਾਲ ਕਹਿੰਦਾ ਮੈਂ ਖੁਸ਼ੀਆਂ ਲੈਣੀਆਂ ਇਹਨੇ ਆਖਿਆ ਵੀ ਨੌਕਰਾਣੀਆਂ ਬਣ ਕੇ ਤੇਰੇ ਘਰ ਵਿੱਚ ਮੇਰੇ ਘਰ ਵਿੱਚ ਤੇਰੀਆਂ ਭੈਣਾਂ ਧੀਆਂ ਕੰਮ ਕਰਨ ਤਾਂ ਪਿੰਜਰਾ ਦੇਵਾਂਗਾ ਮਹਾਰਾਜ ਇੱਕ ਤੋਤੇ ਪਿੱਛੇ ਆ ਦੋ ਧੀਆਂ ਨੌਕਰਾਣੀਆਂ ਬਣਾ ਕੇ ਰੱਖ ਆਇਆ ਸੀ ਸਤਿਗੁਰੂ ਐਡਾ ਤੁਹਾਨੂੰ ਖੁਸ਼ ਕਰਨ ਵਾਸਤੇ ਐਡੀ ਭਾਵਨਾ ਸਿੱਖ ਦੀ ਧੀਆਂ ਵੀ ਨੌਕਰਾਣੀਆਂ ਬਣਾਤੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਸਿੰਘਾਸਣ ਤੋਂ ਉੱਠ ਕੇ ਖੜੇ ਹੋ ਗਏ ਜਿਹੜੀਆਂ ਸੰਗਤਾਂ ਸੁਣਦੀਆਂ ਨੇਤਰਾਂ ਚੋਂ ਜਲ ਵਗ ਆਇਆ ਕਹਿੰਦੇ ਭਾਈ ਹਰਪਾਲ ਇੰਨਾ ਪਿਆਰ ਮਹਾਰਾਜ ਨਾਲ ਉਹ ਕੋਈ ਦੁੱਧ ਦਿੰਦਾ ਹੈ ਕੋਈ ਮੋਹਰਾਂ ਦਿੰਦਾ ਹੈ ਕੋਈ ਜ਼ਮੀਨ ਦਿੰਦਾ ਹੈ ਪਰ ਆਪਣੀਆਂ ਧੀਆਂ ਥੋੜਾ ਕੋਈ ਦੇ ਕੇ ਆਉਂਦਾ ਹੁੰਦਾ ਹੈ ਐਡੀ ਭਾਵਨਾ ਸੇਠ ਦੇ ਘਰ ਵਾਲੀ ਹੱਥ ਜੋੜੀ ਜੇ ਮਹਾਰਾਜ ਮਹਾਰਾਜ ਕਿਰਪਾ ਕਰ ਦਿਓ ਮੇਰੇ ਘਰ ਵਾਲੇ ਤੋਂ ਭੁੱਲ ਹੋ ਗਈ ਸਤਿਗੁਰੂ ਅਸੀਂ ਵਾਪਸ ਕਰਨ ਆਏ ਆ ਅਸੀਂ ਨਹੀਂ ਤੋਤਾ ਰੱਖੋ ਪਾਪਾਂ ਦੇ ਭਾਗੀ ਨਹੀਂ ਬਣਨਾ ਮਹਾਰਾਜ ਸੇਠ ਨੂੰ ਕਹਿੰਦੀ ਮੰਗ ਮਾਫੀ ਕਹਿੰਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਉੱਠੇ ਭਾਈ ਹਰਪਾਲ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਕਿੱਡੇ ਭਾਗਾਂ ਵਾਲਾ ਹੋਏਗਾ ਗਲਵਕੜੀ ਪਾਈ ਭਾਈ ਹਰਪਾਲ ਮੇਰੀ ਖੁਸ਼ੀ ਵਾਸਤੇ ਇੰਨਾ ਕੁਛ ਕੀਤਾ ਹੈ ਆਪਣੀਆਂ ਧੀਆਂ ਦੀ ਪਰਵਾਹ ਨਹੀਂ ਕੀਤੀ ਦੱਸ ਤੈਨੂੰ ਕੀ ਦਿਆਂ ਬੋਲ ਕੀ ਚਾਹੀਦਾ ਹੈ ਖੁਸ਼ ਆ ਤੇਰੇ ਤੇ ਬੜੇ ਇੱਕ ਵਾਰੀ ਮੂੰਹੋਂ ਕੱਢ ਸੇਠ ਦੇ ਘਰ ਵਾਲੀ ਕਹਿੰਦੀ ਮਹਾਰਾਜ ਤੂੰ ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ ਤੂੰ ਦਾਤਾ
ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ ਤੂੰ ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ ਉਹ ਤੂੰ ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ ਹੁਣ ਤਾਂ ਰਸਤੇ ਪਾ ਦਿਓ ਭੁੱਲਿਆ ਰਾਈਆਂ ਹੁਣ ਤਾਂ ਰਸਤੇ ਪਾ ਦਿਓ ਭੁੱਲਿਆ ਰਾਈਆਂ ਨੂੰ ਹੁਣ ਤਾਂ ਰਸਤੇ ਪਾ ਦਿਓ ਭੁੱਲਿਆ ਰਾਈਆਂ ਨੂੰ ਹੁਣ ਤਾਂ ਰਸਤੇ ਪਾ ਦਿਓ ਭੁੱਲਿਆ ਰਾਈਆਂ ਨੂੰ ਹੁਣ ਤਾਂ ਰਸਤੇ ਪਾ ਦਿਓ ਰਾਈਆਂ ਨੂੰ ਹੁਣ ਤਾਂ ਰਸਤੇ ਪਾ ਦਿਓ ਭੁੱਲਿਆ ਰਾਈਆਂ ਨਜ਼ਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ 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 ਨਜ਼ਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨਜ਼ਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ ਤੂੰ ਦਾਤਾ ਬਖਸ਼ਣਹਾਰ ਬਖਸ਼ ਗੁਨਾਹ ਬਖਸ਼ ਗੁਨਾਹੀਆਂ ਬਖਸ਼ ਗੁਨਾਹੀਆਂ ਨੂੰ ਤੂੰ ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ ਭਾਈ ਹਰਪਾਲ ਨੂੰ ਮਹਾਰਾਜ ਨੇ ਖੁਸ਼ੀਆਂ ਬਖਸ਼ੀਆਂ ਪਿਆਰ ਬਖਸ਼ਿਆ ਤੇਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਐਨੇ ਮਰ ਐਨੀਆਂ ਖੁਸ਼ੀਆਂ ਬਖਸ਼ੀਆਂ ਤੂੰ ਸਫਲ ਹੋ ਗਿਆ ਤੂੰ ਪਾਸ ਹੋ ਗਿਆ ਛਾਤੀ ਨਾਲ ਲਾਇਆ ਘੁੱਟ ਕੇ ਸਾਧ ਸੰਗਤ ਜੀ ਗੁਰੂ ਦੀ ਖੁਸ਼ੀ ਲੈਣੀ ਜਨਾਇਆ ਤੱਕ ਨਹੀਂ ਸਾਡੇ ਵਰਗਾ ਇੱਥੇ 500 ਰੁਪਇਆ 1000 ਰੁਪਇਆ ਰੱਖ ਕੇ ਕਹਾ ਮੈਂ ਦਿੱਤਾ ਹੈ ਮੈਂ ਕਈ ਵਾਰ ਹੈਰਾਨ ਹੁੰਨਾ ਗੁਰਦੁਆਰਿਆਂ 'ਚ ਮੱਥਾ ਟੇਕਣ ਜਾਈਦਾ ਜਿੱਦਾਂ ਪਾਲਕੀ ਪਈ ਨਾ ਪਾਲਕੀ ਗੁਰੂ ਸਾਹਿਬ ਨੇ ਵਿੱਚ ਪ੍ਰਕਾਸ਼ ਬਿਰਾਜਮਾਨ ਹੋਣਾ ਹੈ ਪਾਲਕੀ ਤੇ ਵੀ ਦਾਵਾ ਕਰਨਾ ਨਹੀਂ ਛੱਡਦੇ ਲਿਖਣਗੇ ਸਵਰਗਵਾਸੀ ਫਲਾਣਾ ਸਿੰਘ ਦੱਸੋ ਗੁਰੂ ਘਰ 'ਚ ਪੱਖਾ ਲੱਗਿਆ ਸਵਰਗਵਾਸੀ ਫਲਾਣਾ ਸਿੰਘ ਐਂ ਲਿਖਦੇ ਨੇ ਇਹ ਧਰਮਰਾਜ ਨੇ ਕਿਤੇ ਚਿੱਠੀ ਭੇਜੀ ਵੀ ਸਵਰਗਵਾਸੀ ਜਾਂ ਨਰਕਵਾਸੀ ਪਤਾ ਹੈ ਵੀ ਬਸ ਨਾ ਲਿਖਣਗੇ ਹੋਂਦ ਨਹੀਂ ਛੱਡਣੀ ਆਪਣੀ ਜੋ ਮਰਜੀ ਪ੍ਰਧਾਨਗੀ ਪਿੱਛੇ ਗੁਰਦੁਆਰਾ ਨਹੀਂ ਛੱਡਣਾ ਗੁਰਦੁਆਰਾ ਭਾਵੇਂ ਨਵਾਂ ਬਣਾਉਣਾ ਪੈ ਜੇ ਇੱਕ ਪਿੰਡ 'ਚ ਅਸੀਂ ਗਏ ਥੋੜੇ ਦਿਨ 9 ਗੁਰਦੁਆਰੇ ਨੇ ਉੱਥੇ 9 ਗੁਰਦੁਆਰੇ ਇਹ ਹਾਲ ਸਾਡਾ ਤੇ ਸਾਧ ਸੰਗਤ ਜੀ ਗੱਲ ਬਣੇਗੀ ਉਦੋਂ ਜਦੋਂ ਪ੍ਰੇਮ ਜਾਗੇਗਾ ਗੁਰੂ ਦੇ ਚਰਨਾਂ 'ਚ ਪਿਆਰ ਨਾਲ ਆਵਾਂਗੇ ਭਾਵਨਾ ਬਣ ਜੇ ਸ਼ਰਧਾ ਬਣ ਜੇ ਮੈਂ ਮੇਰੀ ਖਤਮ ਕਰਕੇ ਫਿਰ ਰਾਮ ਕੀ ਤੇ ਮੌਲਾ ਜਦੋਂ ਆਪਾਂ ਖਤਮ ਕਰਨਾ ਹੈ ਸਤਿਗੁਰ ਅੱਗੇ ਸਮਰਪਿਤ ਹੋਵੋ ਮਹਾਰਾਜ ਨੂੰ ਕਹੋ ਸਾਡੀ ਜ਼ਿੰਦਗੀ 'ਚ ਸੁੱਖ ਭਰ ਦੇ ਗੁਰੂ ਸਾਹਿਬ ਸੁੱਖ ਉਦੋਂ ਭਰੇਗਾ ਜਦੋਂ ਆਪਣਾ ਆਪ ਮਹਾਰਾਜ ਦੇ ਅੱਗੇ ਧਰ ਦੇਗਾ ਤੇ ਆਪਾਂ ਸਮਰਪਿਤ ਹੋਣ ਦੀ ਭਾਵਨਾ ਨਾਲ ਆਈਏ ਪੁਰਸ਼ਾਂ ਦੇ ਦਰ ਤੇ ਤੁਸੀਂ ਬੈਠੇ ਹੋ ਸਾਧ ਸੰਗਤ ਜੀ ਉਹਨਾਂ ਬੰਦਗੀ ਕੀਤੀ ਭਜਨ ਕੀਤਾ ਜੇ ਤਾਂ ਹੀ ਇੰਨਾ ਪ੍ਰਤਾਪ ਹੈ ਤਾਂ ਹੀ ਅੱਜ ਮੇਲੇ ਲੱਗਦੇ ਨੇ ਜਿੱਦਣ ਅਸੀਂ ਜਪ ਲਾਂਗੇ ਅਸੀਂ ਵੀ ਜਪਣ ਵਾਲਿਆਂ ਦੀ ਲਿਸਟ ਵਿੱਚ ਆ ਜਾਵਾਂਗੇ ਉਹਨਾਂ ਸਤਿਪੁਰਸ਼ਾਂ ਦੀ ਲਿਸਟ ਵਿੱਚ ਆਓ ਮਹਾਪੁਰਸ਼ਾਂ ਦੇ ਪਿਆਰ ਵਿੱਚ ਮੈਂ ਥੋੜੀਆਂ ਜਿਹੀਆਂ ਬੋਲ ਕੇ ਫਿਰ ਮੈਂ ਸਮਾਪਤੀ ਕਰਦਾ 2 ਵਜਣੇ ਨੇ ਗੱਜ ਵੱਜ ਕੇ ਸਾਰੇ ਨਾਲ ਨਾਲ ਬੋਲਿਓ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇੱਥੇ ਮੰਗਣ ਆਉਂਦੇ ਰਾਜੇ
ਬੋਲਿਆ ਕਰੋ ਸਾਰੀਆਂ ਮਾਵਾਂ ਦਰ ਫਕੀਰਾਂ ਇੱਥੇ ਮੰਗਣ ਦਰ ਦੇ ਕੂਕਰ ਵੀ ਇਸ ਦਰ ਦੇ ਕੂਕਰ ਵੀ ਇਸ ਦਰ ਦੇ ਕੂਕਰ ਵੀ ਦਾਤੇ ਨੇ ਤਖਤਾਂ ਨਾਲ ਨਿਵਾਜੇ ਇਸ ਦਰ ਦੇ ਕੂਕਰ ਵੀ ਦਾਤੇ ਨੇ ਤਖਤਾਂ ਨਾਲ ਨਿਵਾਜੇ ਦਾਤੇ ਨੇ ਤਖਤਾਂ ਨਾਲ ਨਿਵਾਜੇ ਦਰ ਦੇ ਕੂਕਰ ਵੀ ਦਾਤੇ ਨੇ ਤਖਤਾਂ ਨਾਲ ਨਿਵਾਜੇ ਇਸ ਦਰ ਦੇ ਦਾਤੇ ਨੇ ਤਖਤਾਂ ਨਾਲ ਨਿਵਾਜੇ ਇਸ ਦਰ ਦੇ ਕੂਕਰ ਵੀ ਦਾਤੇ ਨੇ ਤਖਤਾਂ ਨਾਲ ਨਿਵਾਜੇ ਇਹ ਦਰ ਫਕੀਰਾਂ ਦਾ ਇਹ ਦਰ ਫਕੀਰਾਂ ਦਾ ਮੰਗਣ ਆਉਂਦੇ ਇੱਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਇੱਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਦਾ ਰਾਜੇ ਹੈ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਰੱਬ ਦੇ ਫਕੀਰਾਂ ਦਾ ਦਰ ਹੈ ਇਹ ਰੱਬ ਦੇ ਫਕੀਰਾਂ ਦਾ ਘਰ ਹੈ ਜਦੋਂ ਉਹਨਾਂ ਮਹਾਪੁਰਸ਼ਾਂ ਦੀ ਮਾਲਕ ਨਾਲ ਲੱਗ ਜਾਂਦੇ ਫਿਰ ਉਸ ਮਹਾਪੁਰਸ਼ ਨੂੰ ਕੋਈ ਧਨ ਦੌਲਤ ਦੁਨੀਆ ਦੇ ਪਦਾਰਥ ਉਸ ਇੱਕ ਰੱਬ ਦਾ ਪਿਆਰਾ ਮਹਾਪੁਰਸ਼ ਐਸਾ ਜਿਹੜਾ ਕਦੇ ਖਰੀਦਿਆ ਨਹੀਂ ਜਾਂਦਾ ਸਾਧ ਸੰਗਤ ਜੀ ਮਟਕ ਮਜਾ ਜਾ ਸਾਨੂੰ ਲੋੜ ਨਹੀਂ ਰੱਖ ਸਾਂਭ ਕੇ ਤੂੰ ਸਾਨੂੰ ਬੜੀ ਔਖੀ ਮਿਲੀ ਫਕੀਰ ਸਜਣਾ ਵੇ
ठगी रहन दे साडी रखिया नजारा जिते लगी रहने यारा ठगी रहन दे ठगिया तो साडी यारा लगी रहने सानू दुनिया मुसाफरां नूं भुल्ली ਦੇ ਪਿਆਰਿਆਂ ਦੀਆਂ ਉਹਨਾਂ ਸਾਧੂਆਂ ਦੀਆਂ ਸੰਗਤ ਜੀ ਜਦੋਂ ਲੱਗ ਜਾਂਦੀ ਟੁੱਟੇ ਨਾ ਜਿੱਦਣ ਉਸ ਮਾਲਕ ਨੇ ਮਸਤੀ ਬਖਸ਼ਤੀ ਵਿੱਚ ਰਹਿਣਾ ਸਭ ਤੋਂ ਵੱਡੀ ਗੱਲ ਪਰ ਆਨੰਦ ਆਏਗਾ ਸਿਮਰਨ ਕਰਕੇ ਇਸ ਗੱਲੋਂ ਮੀਰਾ ਨੂੰ ਆਖਿਆ ਸਾਡੀ ਨੱਕ ਕਟਾਤੀ ਨੀਵੀਂ ਗੁਰੂ ਧਾਰਨ ਕਰ ਰਹੀ ਜਾ ਕੇ ਜਿਸ ਆਨੰਦ ਵਿੱਚ ਵਿਚਰਨ ਲੱਗੀ ਸੀ ਉਹ ਕਹਿੰਦੀ ਸੀ ਮਰਨੀ ਮਰ ਜਾਗੀ ਪਰ ਛੱਡ ਨਹੀਂ ਸਕਦੀ ਮੀਰਾ ਨੂੰ ਫਿਰ ਜ਼ਹਿਰ ਦਾ ਪਿਆਲਾ ਘੋਲ ਕੇ ਦਿੱਤਾ ਸੀ ਉਹਦੀ ਮਾਂ ਨੇ ਉਹਦੀ ਮਾਂ ਨੂੰ ਆਖਿਆ ਸੀ ਜ਼ਹਿਰ ਦਾ ਪਿਆਲਾ ਲੈ ਜਾ ਦੇ ਦੇ ਜਾ ਕੇ ਜਦੋਂ ਜ਼ਹਿਰ ਘੋਲ ਕੇ ਲੈ ਕੇ ਗਏ ਨਾ ਕਟੋਰੇ ਮਹਾਰਾਜ ਰਵਿਦਾਸ ਨੇ ਨਾ ਤੇਰੇ ਵਾਸਤੇ ਸ਼ਰਬਤ ਭੇਜਿਆ ਝੂਠ ਬੋਲਿਆ ਹੈ ਵਿੱਚ ਜ਼ਹਿਰ ਸੀ ਉਹਦੇ ਤੇਰੇ ਵਾਸਤੇ ਸ਼ਰਬਤ ਭੇਜਿਆ ਮੀਰਾ ਕਹਿੰਦੀ ਲਿਆਓ ਜੀ ਫੜ ਲਿਆ ਸੱਚਮੁੱਚ ਕਹਿੰਦੇ ਹਾਂ ਬਾਬੇ ਰਵਿਦਾਸ ਦਾ ਨਾਂ ਲਿਆ ਆਪਣੇ ਮਹਾਰਾਜ ਨੂੰ ਯਾਦ ਕਰਦੀ ਆਪਣੇ ਮਹਾਰਾਜ ਨੂੰ ਯਾਦ ਕਰਦੀ ਹੈ ਸਤਿਗੁਰ ਰਵਿਦਾਸ ਦਾ ਧਰ ਕੇ रविदास दा धर के ਮਨ ਆਪਣੇ ਵਿੱਚ ਧਿਆਨ ਸਤਿਗੁਰ रविदास दा धर के ਅੱਲਾ ਮੀਰਾ ਕੱਟ ਕੱਟ ਕਰਕੇ ਪੀਗੀ ਜ਼ਹਿਰ ਪਿਆਲਾ ਮੀਰਾ ਕੱਟ ਕੱਟ ਕਰਕੇ दासी गुरु मेरे रविदास जी मैं उनादी दासी गुरु मेरे रविदास जी मैं उनादी दासी ओ मेरे कृष्ण मुरारी ने कांसी शहर दे वासी ओ मेरे कृष्ण मुरारी ने कांसी शहर दे वासी मैं अपना सब कुछ बैठी गोबिंद दे लई हर के ओ पीगी पीरा कट कट करके पीगी जहर प्याला
ਨਾਲ ਜੁੜਨਾ ਹੈ ਤੇ ਜੁੜੀਏ ਮੀਰਾਂ ਵਾਂਗ। ਜੇ ਜੁੜਨਾ ਹੈ ਭਾਈ ਮਰਦਾਨੇ ਵਾਂਗ ਜੀ ਦੀ ਮੂਰਤੀ ਦੀ ਪੂਜਾ ਕਰਦੇ बड़े फिरदे ने राम जी की मूर्ति की पूजा करते, मिलता नहीं राम जी नूं भीलनी वर्गा जिहड़ा झूठे बेर खवावे। देगा असी भी बड़ियां चुकी फिरने आ संगत जी, जिहड़ा कोदरे दा प्रसादा छका। अज भी महाराज वेखदे होणगे इन्हां सिखां चों लालो है, आपो अपने मनां च झाती मारिया करो। ऐसे महापुरुषों के दर ते बैठे हो, अस्थानां ते बैठे हो, आओ इको धारणा पढ़नी। मैं जिंदगी च रसना तो कदे किसी सतपुरुष महात्मा की निंदिया ना होवे, सदा वडियाइयां ही होण बस। कदे फकर दे भावे हाल होवे ओ हाल होवे, कदे कटड़ी फकीर दी ओ कदे कटड़ी कदे कटड़ी फकीर दी बोलिए ना, हमें कटड़ी दे विच लाल होवे। वाह वाह, लो हुण बना लो जिन्हें वीडियो बनानी, पहला इतिहास चलदा सी, हुण ना भी रह जे। किन्ने फोन ने, किन्ना तुसी प्यार करदे हो, सारे देण नहीं दे सकते तुहाडे प्यार। गज वज के बोलियो सारे, हो कदे मत्था लायो लेखा देना औखा हो चुका, कदे मत्था फकीर नाल लायो लेखा देना औखा।
ਵਾਲੀ ਲੋਕਾਂ ਨੂੰ ਕੀ ਪਤਾ ਫਕਰ ਕਿੱਥੇ ਨੇ ਬਰਾਤ ਦੇ ਲੋਕਾਂ ਨੂੰ ਕੀ ਪਤਾ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਸੁਣ ਜੋ ਸਮਾਧ ਲੱਗੀ ਵਿੱਚ ਪਰਮਾ